ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਮਨਿੰਦਰ ਹੈ ਤੇ ਤੁਸੀਂ ਦੇਖ ਰਹੇ ਹੋ ਡ੍ਰੀਮ ਆਈਏਐਸ ਚੈਨਲ। ਇਹ ਬੜੀ ਇੰਟਰਸਟਿੰਗ ਸੁਪਰ ਪੰਜਾਬ ਜੀਕੇ ਸੀਰੀਜ਼ ਅੱਜ ਅਸੀਂ ਸਟਾਰਟ ਕਰ ਰਹੇ ਹਾਂ। ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਐਗਜ਼ਾਮਸ ਪੰਜਾਬ ਦੇ ਵਿੱਚ ਆ ਰਹੇ ਹੈ, ਜਿਵੇਂ ਪੰਜਾਬ ਕਾਂਸਟੇਬਲ ਦਾ ਪੇਪਰ ਹੋ ਗਿਆ, ਸਬ ਇੰਸਪੈਕਟਰ ਦਾ ਪੇਪਰ ਹੋ ਗਿਆ, ਨੈਬ ਤਹਿਸੀਲਦਾਰ ਦਾ ਪੇਪਰ ਹੋ ਗਿਆ। ਐਂਡ ਇਹ ਸਾਰੇ ਐਗਜ਼ਾਮਸ ਦੇ ਵਿੱਚ ਇੱਕ ਚੀਜ਼ ਬਹੁਤ ਕਾਮਨ ਹੁੰਦੀ ਹੈ, ਦੈਟ ਇਜ਼ ਪੰਜਾਬ ਜੀਕੇ। ਐਂਡ ਕਾਫੀ ਬੱਚੇ ਜਿਹੜੇ ਆ ਪੰਜਾਬ ਜੀਕੇ ਨੂੰ ਲੈ ਕੇ ਕਨਫਿਊਜ਼ ਰਹਿੰਦੇ ਆ ਕਿ ਇੱਕ ਕਿਹੜੀ ਸੋਰਸ ਤੋਂ ਅਸੀਂ ਪੂਰਾ ਪੰਜਾਬ ਜੀਕੇ, ਮਤਲਬ ਇੱਕ ਸੋਰਸ ਤੋਂ ਅਸੀਂ ਪੂਰੀ ਪੰਜਾਬ ਜੀਕੇ ਜੋ ਹੈ ਕਵਰ ਕਰ ਲਈਏ। ਤੇ ਕਿਉਂਕਿ ਕਈ ਵਾਰੀ ਕੀ ਹੁੰਦਾ, ਇੰਸਟੀਚਿਊਟਸ ਥੋੜੇ ਬਹੁਤ ਇੱਕ ਅੱਧੀ ਵੀਡੀਓ ਬਣਾ ਦਿੰਦੇ ਆ, 2 ਵੀਡੀਓ ਬਣਾ ਦਿੰਦੇ ਆ, ਐਂਡ ਉਸ ਤੋਂ ਬਾਅਦ ਕਹਿ ਦਿੰਦੇ ਕਿ ਬਈ ਤੁਸੀਂ ਹੁਣ ਸਾਡੇ ਨਾ ਕੋਰਸਸ ਨੂੰ ਬਾਏ ਕਰੋ। ਤਾਂ ਉਹ ਅਸੀਂ ਉਸ ਚੀਜ਼ ਦੇ ਬਿਲਕੁਲ ਖਿਲਾਫ ਹੈਗੇ ਆ। ਤਾਂ ਅਸੀਂ ਹੁਣ ਇੱਕ ਬਹੁਤ ਇੰਪੋਰਟੈਂਟ ਮੁਹਿੰਮ ਚਲਾਈ ਹੈ ਕਿ ਪੂਰੀ ਪੰਜਾਬ ਦੀ ਜੀਕੇ ਅਸੀਂ ਸਿਰਫ ਇੱਕੋ ਹੀ ਜੋ ਹੈ ਪੂਰੀ ਮਤਲਬ ਫਾਈਲ ਦੇ ਥਰੂ ਅਸੀਂ ਕਵਰ ਕਰ ਦਈਏ ਇਸ ਚੈਨਲ ਦੇ ਉੱਪਰ, ਤਾਂ ਕਿ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਾ ਪਵੇ। ਬਸ ਤੁਹਾਡੇ ਤੋਂ ਛੋਟੀ ਜਿਹੀ ਇਹ ਰਿਕੁਐਸਟ ਹੈਗੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਪ੍ਰਮੋਟ ਕਰੋ, ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਓ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਹੈ, ਤਾਂ ਕਿ ਸਾਨੂੰ ਵੀ ਇਹ ਪਤਾ ਲੱਗਦਾ ਰਹੇ ਕਿ ਸਪੋਰਟ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। तो चलो विदाउट वेस्टिंग एनी मोर टाइम आप स्टार्ट करते हैं पंजाब की जीके तो पंजाब की जीके की जी सुपर पंजाब जीके सीरीज़ है वो पंजाब के इतिहास तो स्टार्ट होगी। एंड पंजाब की हिस्टरी जी है वो बहुत पुरानी हिस्टरी है। पंजाब जोड़ा है वो इंडस वैली सिविलाइजेशन के टाइम तो ही एक बहुत इंपॉर्टेंट स्टेट अपने देश का रहा है। ਇਹਦਾ ਨਾਮ ਪੰਜ ਆਬ ਜਿਹੜਾ ਹੈਗਾ ਉਹ ਪਹਿਲਾਂ ਕਿਤੇ ਸਬ ਸਿੰਧੂ ਹੁੰਦਾ ਸੀਗਾ ਬੈਕ ਇਨ ਦ ਡੇ, ਜਦੋਂ 7 ਰਿਵਰਸ ਇੱਥੋਂ ਫਲੋ ਕਰਦੇ ਸੀਗੇ, ਲੇਕਿਨ ਹੁਣ 5 ਰਿਵਰਸ ਫਲੋ ਕਰ ਗਏ, ਇਸ ਕਰਕੇ ਇਹਦਾ ਨਾਮ ਪੰਜਾਬ ਰੱਖ ਦਿੱਤਾ ਗਿਆ। ਮੈਨੂੰ ਕਮੈਂਟ ਬਾਕਸ 'ਚ ਦੱਸੋ ਕਿ ਕਿਹੜੇ ਉਹ 5 ਰਿਵਰਸ ਹੈ ਜੋ ਪੰਜਾਬ ਦਾ ਨਾਮ ਜਸਟੀਫਾਈ ਕਰਦੇ ਆ। ਲੇਕਿਨ ਜਦੋਂ ਆਪਾਂ ਤੁਹਾਡੇ ਸਿਲੇਬਸ ਨੂੰ ਸਮਝਦੇ ਹਾਂ, ਕਿਉਂਕਿ ਆਪਾਂ ਨੂੰ ਐਗਜ਼ਾਮ ਓਰੀਐਂਟਡ ਪੜ੍ਹਨਾ ਹੈ, ਸਿਲੇਬਸ ਦੀ ਅੰਡਰਸਟੈਂਡਿੰਗ ਕਰਨੀ ਹੈ, ਤਾਂ ਆਪਾਂ ਇੰਨੇ ਪੁਰਾਤਨ ਕਾਲ 'ਚ ਨਹੀਂ ਜਾਣਾ, ਆਪਾਂ ਇੰਨੀ ਐਂਸ਼ੀਅੰਟ ਹਿਸਟਰੀ ਆਫ ਪੰਜਾਬ 'ਚ ਨਹੀਂ ਜਾਣਾ। तो जनरली ਤੁਹਾਡੇ ਸਿਲੇਬਸ 'ਚ ਲਿਖਿਆ ਹੁੰਦਾ ਹੈ ਕਿ ਹਿਸਟਰੀ ਆਫ ਪੰਜਾਬ ਫਰੋਮ ਸਿੱਖ ਰਿਲੀਜਨ, तो ਸਿੱਖ ਗੁਰੂਸ ਤੋਂ ਇਤਿਹਾਸ ਜਿਹੜਾ ਹੈ ਪੰਜਾਬ ਦਾ ਸ਼ੁਰੂ ਹੁੰਦਾ ਹੈ, तो ਉਹਦੇ ਬਾਰੇ ਹੀ ਜ਼ਿਆਦਾ ਡਿਸਕਸ਼ਨ ਕੀਤੀ ਹੁੰਦੀ ਹੈ। तो ਅਸੀਂ ਵੀ ਆਪਣੀ ਇਸ ਪੂਰੀ ਮੁਹਿੰਮ ਦੇ ਤਹਿਤ ਉਹੀ ਤੁਹਾਨੂੰ ਕ੍ਰੀਏਟ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਦੇ ਪਏ ਹਾਂ। तो ਚਲੋ ਵਿਦਾਊਟ ਵੇਸਟਿੰਗ ਐਨੀ ਮੋਰ ਟਾਈਮ ਆਪਾਂ ਸਟਾਰਟ ਕਰਦੇ ਹਾਂ ਪੰਜਾਬ ਦੀ ਹਿਸਟਰੀ ਤੋਂ। तो ਪੰਜਾਬ ਦਾ ਇਤਿਹਾਸ ਅਗਰ ਆਪਾਂ ਦੇਖੀਏ तो अपने को सब तो इंपॉर्टेंट आ जाता है सिख रिलीजन। सिख रिलीजन तो अपना यह पूरा इतिहास शुरू होता है। एंड सब तो पहला इंपॉर्टेंट क्वेश्चन दिमाग 'ਚ यही आता है कि सिख का मतलब की होंदा है। तो सिख जिहड़ा शब्द है वो एक संस्कृत वर्ड शिष्या तो लिता गया है। एंड ये वर्ड का बेसिक जिहड़ा मतलब है दैट इज़ डिसिप्लिन और लर्नर, डिसाइपल या लर्नर। तो सिख वो इंसान है जो हमेशा कुछ ना कुछ सीखण की जिहड़ी है चाह रखता है ना। तो मतलब बेसिकली वो हमेशा कुछ ना कुछ जिवें कह लो कि अपना सीखना चाहता है ना, तो उस चीज़ के आइडिया नूं आपां सिख कह दिंदे हैं। तो बहुत इंटरस्टिंग है, अगर जो भी बच्चे मैनू सुन रहे हैं, तो अगर तुहाडे च सीखण की चाह है, तुसी लर्नर हो, तुसी डिसाइपल हो, तो अल्टीमेटली सिख जिहड़ा वर्ड है उस चीज़ नूं जस्टिफाई करता है। सिख रिलीजन ओरिजिनेट होया सी वन ऑफ द वेरी वेरी हिस्टोरिकल इंपॉर्टेंट गुरु नानक देव जी तो, जो कि सिख रिलीजन के फाउंडर है, पहले गुरु साहिब सी ये। एंड इन्हां दे करके पूरा यह धर्म जिहड़ा है रिलीजन जिहड़ा है अपनी एग्जिस्टेंस चाहता है। अगर मैं तुहानूं इन्हां दे समय दे बारे दसां तो ये कोई 1469 15वीं सेंचुरी का समा जिहड़ा चल रहा है। एंड इस टाइम ते इंडिया का नॉर्थ जिहड़ा इंडिया है, जिहड़ा मतलब नदर्न पार्ट ऑफ इंडिया है, वो मुसलमाना दे एम्पायर के अंडर है। तो इत्थे दिल्ली सल्तनत का राज है। एंड उहदे विच लोधी वंश जिहड़ा है वो राज करदी है। लोधी वंश दे विच अपने कोले सुल्तान जिहड़ा लोधी है, इब्राहिम लोधी है, इदां दे लोधी दे कुछ राजे है वो राज करते हैं। लेकिन ये सारे राजियां दी सब तो वड्डी प्रॉब्लम यह है कि ये राजे हिंदूज नूं सप्रैस कर रहे हैं। मतलब इत्थों दे जिहड़ी मेजोरिटी रिलीजन है, जिहड़े हिंदूज है, उन्हां नूं ये सप्रैस कर रहे हैं, जिहदे करके समाज दे विच एक टाइप का डर फैलिया हुआ है, एक टाइप का भै फैलिया हुआ है। एंड उस डर एंड भै दे करके बहुत जो सप्रैशन चल रही है ऑफ द हिंदू रिलीजन एंड वो सारी चीज़ां चलती पई हैं। ऑन दी अदर हैंड हिंदूज दे विच भी एक बहुत बड़ी दिक्कत है कि उत्थे ब्राह्मण्स ने एक टाइप की प्रीसली डोमीनेशन कर रखी है, जिहदे करके सुपरस्टिशंस एंड इदां दीयां बड़ियां चीज़ां चली जा रही हैं। तो एक टाइप का बहुत मतलब धुंधला जिहा समाज होया पिया है, पोल्यूटेड सोसाइटी है। एंड उस पोल्यूटेड सोसाइटी दे विच जिथे लोकां नूं होपलैसनैस देखण नूं मिलदी है, जिथे लोकां नूं इह लगदा कि हुण अगे पता नहीं की होऊगा, उसे ही दौरान उसे ही समय दे विच उसे ही होपलैस
ਸਮੇਂ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਫਿਗਰ ਦਾ ਜਨਮ ਹੁੰਦਾ ਹੈ ਵਿਚ ਇਜ਼ ਗੁਰੂ ਨਾਨਕ ਦੇਵ ਜੀ। ਐਂਡ ਉਹ ਜਿਵੇਂ ਆਪਾਂ ਜਦੋਂ ਕਹਿੰਦੇ ਆ ਨਾਨਕ ਜਦੋਂ ਹੈ ਨਾ ਮਿੱਟੀ ਧੁੰਦ ਜਗ ਚਾਨਣ ਹੋਇਆ, ਸੋ ਉਹ ਵਾਲਾ ਜਿਹੜਾ ਲੌਜਿਕ ਹੈ ਉਹ ਲੌਜਿਕ ਇਹਦੇ ਵਿੱਚ ਬਹੁਤ ਹੀ ਇੰਪੋਰਟੈਂਟਲੀ ਦੇਖਣ ਨੂੰ ਮਿਲਦਾ ਹੈ। तो ਜਿਹੜੇ ਸਿੱਖ ਰਿਲੀਜਨ ਦੀ ਓਰੀਜੀਨੇਸ਼ਨ ਹੋਈ ਹੈ ਇਹ ਗੁਰੂ ਨਾਨਕ ਦੇਵ ਜੀ ਤੋਂ ਹੋਈ ਹੈ, ਜੋ ਸਿੱਖ ਰਿਲੀਜਨ ਦੇ ਜੋ ਹੈ ਉਹ ਫਾਊਂਡਰ ਸੀਗੇ ਸਿੱਖ ਰਿਲੀਜਨ ਦੇ, ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਕਿ ਫਾਊਂਡਰ ਰਹੇ। ਇਸ ਤੋਂ ਬਾਅਦ ਅਗਰ ਆਪਾਂ ਦੇਖੀਏ ਤਾਂ ਸਲੋਲੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਕਸੈਸਿਵ ਗੁਰੂਜ਼ ਅਪੀਅਰ ਹੋਣ ਲੱਗ ਗਏ। ਗੁਰੂ ਨਾਨਕ ਦੇਵ ਜੀ ਤੋਂ ਬਾਅਦ 9 ਹੋਰ ਲਿਵਿੰਗ ਗੁਰੂਜ਼ ਆਉਂਦੇ ਆ। ਉਸ ਤੋਂ ਬਾਅਦ ਇੱਕ ਹੁਣ ਇਟਰਨਲ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ। ਤੋਂ 11 ਗੁਰੂਜ਼ ਜਿਹੜੇ ਹੈਗੇ ਆ ਉਹ ਆਪਣੇ ਕੋਲੇ ਟੋਟਲ ਆਉਂਦੇ। ਤੋਂ ਇਹ ਸਕਸੈਸਿਵ ਗੁਰੂਜ਼ ਨੇ ਸਿੱਖ ਰਿਲੀਜਨ ਦੀ ਵੈਲਿਊ ਨੂੰ ਐਨਹਾਂਸ ਕੀਤਾ ਐਂਡ ਬਿਲਕੁਲ ਹਾਈਟ ਤੇ ਇਸ ਸਿੱਖ ਰਿਲੀਜਨ ਦੇ ਆਈਡੀਆ ਨੂੰ ਲੈ ਗਏ ਸੀ ਆਪਣੇ 10th ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਐਂਡ ਉਸ ਤੋਂ ਬਾਅਦ ਇਟਰਨਲ ਗੁਰੂ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜਾਣ ਤੋਂ ਪਹਿਲਾਂ ਇਹ ਅਨਾਉਂਸ ਕਰਤਾ ਸੀ ਕਿ ਮੇਰੇ ਤੋਂ ਬਾਅਦ ਹੁਣ ਲਿਵਿੰਗ ਗੁਰੂਜ਼ ਦਾ ਆਈਡੀਆ ਐਗਜ਼ਿਸਟ ਹੋਣਾ ਬੰਦ ਹੋ ਜਾਏਗਾ ਐਂਡ ਇਟਰਨਲ ਗੁਰੂ ਗੁਰੂ ਗ੍ਰੰਥ ਸਾਹਿਬ ਜਿਹੜੇ ਹੈ ਉਹ 11th ਗੁਰੂ ਜਿਹੜੇ ਹੈ ਉਹ ਬਣ ਜਾਣਗੇ। ਐਂਡ ਇਵੈਂਚੁਅਲੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦਾ ਇਤਿਹਾਸ ਵੀ ਬਹੁਤ ਇੰਪੋਰਟੈਂਟ ਹੈ, ਜਦੋਂ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਪਹਿਲੀ ਸਿੱਖ ਸਟੇਟ ਕ੍ਰੀਏਟ ਕਰਦੇ ਆ। ਸੋ ਫਸਟ ਸਿੱਖ ਸਟੇਟ ਜਿਹੜੀ ਹੈ ਬੰਦਾ ਸਿੰਘ ਬਹਾਦਰ ਦੇ ਅੰਡਰ ਕ੍ਰੀਏਟ ਕੀਤੀ ਜਾਂਦੀ ਹੈ, ਉਹ ਵੀ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਹਿਸਟਰੀ ਜਿਹੜੀ ਹੈ ਸਿੱਖ ਰਿਲੀਜਨ ਦੇ ਰਿਗਾਰਡਿੰਗ। तो सिखिज्म ਦਾ ਆਪਾਂ ਜਿਹੜਾ ਹੈ ਹਿਸਟਰੀ ਆਫ ਸਿਖਿਜ਼ਮ ਅਗਰ ਆਪਾਂ ਦੇਖੀਏ तो जिवें मैं दस्सिया कि सिखिज्म वाज बॉर्न व्हेन देयर वाज अ कॉन्फ्लिक्ट अमंगस्ट द टू रिलीजियस ट्रेडिशंस ऑफ हिंदुइज्म एंड इस्लाम इन इंडिया। मैं दस्सिया कि ਜਿਹੜੇ ਮੁਸਲਮਾਨ ਰਾਜੇ ਸੀ ਇਹ ਹਿੰਦੂਆਂ ਨੂੰ ਅਪਰੈਸ ਕਰ ਰਹੇ ਸੀ, ਹਿੰਦੂਆਂ ਦੇ ਜਿਹੜੇ ਰਿਲੀਜਨ ਨੂੰ ਅਪਰੈਸ ਕਰ ਰਹੇ ਸੀਗੇ, ਜਿਵੇਂ ਜਜ਼ੀਆ ਟੈਕਸ ਲਗਾਤਾ, ਜਿਵੇਂ ਪਿਲਗ੍ਰਿਮ ਟੈਕਸ ਲਗਾਤਾ, ਜਿਵੇਂ ਇਹਨਾਂ ਦੇ ਟੈਂਪਲਸ ਡਿਸਟਰੋਏ ਕਰਤੇ, ਜਬਰਨ ਰਿਲੀਜੀਅਸ ਕਨਵਰਜਨਸ ਕਰਾਈਆਂ ਗਈਆਂ। तो ਇਹ ਸਾਰੇ ਮੁੱਦੇ ਕਰਕੇ ਮਤਲਬ ਆਪਣੇ ਜਿਹੜੇ ਹਿੰਦੂ ਸੀਗੇ ਪ੍ਰਤਾੜਿਤ ਹੋ ਗਏ ਸੀਗੇ, ਜਿਹਦੇ ਕਰਕੇ ਅਲਟੀਮੇਟਲੀ ਇੱਕ ਹੋਪਲੈਸਨੈਸ ਸੀਗੀ ਸੁਸਾਇਟੀ ਦੇ ਵਿੱਚ, ਇੱਕ ਜਿਹਨੂੰ ਕਹਿ ਲਓ ਕਿ ਇੱਕ ਡਿਸਗਸਟ ਦਾ ਮਾਹੌਲ ਸੀਗਾ, ਡਰ ਦਾ ਮਾਹੌਲ ਸੀ, ਫੇਅਰ ਦਾ ਮਾਹੌਲ ਸੀਗਾ। तो उस टाइम ਦੇ ਦੌਰਾਨ ਹਮਾਰੇ ਮਤਲਬ ਹਮਾਰੇ ਦੁਨੀਆ ਕੋ ਸਾਡੇ ਦੁਨੀਆ ਨੂੰ ਇੱਕ ਨਵਾਂ ਰਿਲੀਜਨ ਦੇਖਣ ਨੂੰ ਮਿਲਦਾ ਵਿੱਚ ਸਿੱਖਿਜ਼ਮ। ਗੁਰੂ ਨਾਨਕ ਦੇਵ ਜੀ ਇਸ ਰਿਲੀਜਨ ਦੇ ਫਾਊਂਡਰ ਸੀ ਐਂਡ ਹੀ ਇਜ਼ ਜਨਰਲੀ ਡਿਪਿਕਟਡ ਐਜ਼ ਸਮਬਡੀ ਹੂ ਵਾਜ਼ ਅ ਰੀਕਨਸਾਈਲਰ ਆਫ ਟੂ ਕਨਫਲਿਕਟਿੰਗ ਟ੍ਰੈਡੀਸ਼ਨਸ। तो ਉਹ ਕੁਝ ਰੀਕਨਸਾਈਲਰ ਦਾ ਕੰਮ ਕਰਦੇ ਦੋ ਕਨਫਲਿਕਟਿੰਗ ਟ੍ਰੈਡੀਸ਼ਨਸ ਦੇ ਵਿੱਚ। ਗੁਰੂ ਨਾਨਕ ਦੇਵ ਜੀ ਦੀ ਐਨਲਾਈਟਮੈਂਟ ਦੇਖੋ, ਹਰ ਭਗਵਾਨ ਜੋ ਹੈ ਪਹਿਲੇ ਉਹ ਆਪਣੇ ਅੰਦਰਲੀ ਦੁਨੀਆ ਨੂੰ ਜੋ ਹੈ ਓਵਰਕਮ ਕਰਦੇ ਆ। ਜਿਵੇਂ ਤੁਸੀਂ ਦੇਖਿਆ ਹੋਗਾ ਬੁੱਧਾ, ਗੌਤਮ ਬੁੱਧ ਜੋ ਜਿਨ੍ਹਾਂ ਨੂੰ ਆਪਾਂ ਸਿਧਾਰਥ ਹੈ ਨਾ, ਜਿਨ੍ਹਾਂ ਦਾ ਓਰੀਜਨਲ ਨਾਮ ਸਿਧਾਰਥ ਹੈ, ਉਹ ਵੀ ਆਪਣੇ ਘਰ-ਬਾਰ ਨੂੰ ਛੱਡ ਕੇ, ਉਹ ਵੀ ਆਪਣੇ ਸਾਰੇ ਮਤਲਬ ਐਡਾ ਵੱਡਾ ਉਹਨਾਂ ਦਾ ਮਤਲਬ ਮਹਿਲ ਸੀ, ਇੰਨਾ ਵੱਡਾ ਉਹਨਾਂ ਦਾ ਰਾਜ ਸੀਗਾ, ਰਾਜਪਾਟ ਸਭ ਛੱਡ ਕੇ ਉਹਨਾਂ ਨੇ ਜੰਗਲ ਦੇ ਰਸਤੇ ਚਲੇ ਗਏ ਐਂਡ ਇਵੈਂਚੁਅਲੀ ਜਾ ਕੇ ਉਹਨਾਂ ਨੇ ਬਹੁਤ ਧਿਆਨ ਲਗਾਇਆ ਐਂਡ फाइनली उन्होंने वो इंटरनल हैप्पीनेस मिली। तो हर भगवान जो है वो इंटरनल हैप्पीनेस जो है अचीव कर लेता ही वो भगवान है एंड आप नहीं कर पाते एंड इसलिए बहुत श्रम करना पैंदा है। तो एनलाइटनमेंट गुरु नानक देव जी की भी हुई एंड ये एनलाइटनमेंट बहुत फेमस ब्यास ਦੀ ਇੱਕ ਨਦੀ ਹੈ, ਬਿਆਸ ਦੀ ਟ੍ਰਿਬਿਊਟਰੀ ਹੈ ਰਿਵਰ ਬੇਨ, ਕਾਲੀ ਬੇਨ, ਉਹਦੇ ਕੋਲ ਜਾ ਕੇ ਇਹ ਐਨਲਾਈਟਨਮੈਂਟ ਹੁੰਦੀ ਹੈ ਐਂਡ ਐਨਲਾਈਟਨਮੈਂਟ ਜਿਹੜੀ ਹੈ ਸੁਲਤਾਨਪੁਰ ਦੇ ਵਿੱਚ 1496 ਦੇ ਵਿੱਚ ਹੁੰਦੀ ਹੈ। ਐਂਡ ਜਦੋਂ ਗੁਰੂ ਨਾਨਕ ਦੇਵ ਜੀ ਦੀ ਐਨਲਾਈਟਨਮੈਂਟ ਹੁੰਦੀ ਹੈ ਤਾਂ ਪਹਿਲੇ ਜਿਹੜੇ ਸ਼ਬਦ ਉਹਨਾਂ ਦੇ ਵਿੱਚ ਉਹਨਾਂ ਤੋਂ ਮਤਲਬ ਉਹ ਕਹਿੰਦੇ ਆ, ਪਹਿਲੇ ਸ਼ਬਦ ਉਹ ਹੁੰਦੇ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਸੋ ਬੇਸਿਕਲੀ ਦੀ ਆਈਡੀਆ ਇਜ਼ ਕਿ ਅਸੀਂ ਸਭ ਲੋਕ ਜਿਹੜੇ ਹੈ ਇੱਕੋ ਹੀ ਲਾਈਟ ਅਵਲ ਅੱਲਾ ਹੈ ਨਾ, ਇੱਕੋ ਹੀ ਲਾਈਟ ਦੇ ਬਣੇ ਹੋਏ ਆ ਐਂਡ ਸਾਡੇ ਜਿਹੜੇ ਧਰਮ ਹੈਗੇ ਆ ਇਹ ਅਸੀਂ ਸਿਰਫ ਆਪਣੇ ਲਈ ਕ੍ਰੀਏਟ ਕੀਤੇ ਆ ਐਂਡ ਉਸ ਤੋਂ ਬਾਅਦ ਆਪਾਂ ਇਹਨਾਂ ਤੇ ਲੜਦੇ ਰਹਿੰਦੇ ਆ। ਤਾਂ ਉਹ ਐਨਲਾਈਟਨਮੈਂਟ ਜਿਹੜੀ ਹੈ ਉਹਨਾਂ ਨੂੰ ਇਹ ਹੁੰਦੀ ਹੈ ਬਹੁਤ ਫੇਮਸ ਐਂਡ ਉਸ ਤੋਂ ਬਾਅਦ ਇਹ ਰਿਲੀਜਨ ਦੀ ਸ਼ੁਰੂਆਤ ਹੋ ਜਾਂਦੀ ਹੈ। ਐਨਲਾਈਟਨਮੈਂਟ ਤੋਂ ਬਾਅਦ ਉਹ ਜਪਜੀ ਸਾਹਿਬ ਜੋ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਰਿਲੀਜਨ 'ਚ ਇੱਕ ਬਹੁਤ ਹੀ ਇੰਪੋਰਟੈਂਟ ਜੋ ਮਤਲਬ ਥਿਓਰੈਟੀਕਲ ਆਈਡੀਆ ਹੈ, ਜਪਜੀ ਸਾਹਿਬ ਦੀ ਵੀ ਪੈਨਿੰਗ ਡਾਊਨ ਇਸ ਐਨਲਾਈਟਨਮੈਂਟ ਬਾਅਦ ਕੀਤੀ ਜਾਂਦੀ ਹੈ। ਸੋ ਇਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਐਨਲਾਈਟਨਮੈਂਟ ਤੋਂ ਬਾਅਦ ਉਹ ਟ੍ਰਿਪਸ ਲੈਣਾ ਸ਼ੁਰੂ ਕਰਦੇ ਆ, ਟਰੈਵਲ ਕਰਨਾ ਸ਼ੁਰੂ ਕਰਦੇ ਆ ਐਂਡ ਇਹਨਾਂ ਟਰੈਵਲਸ ਨੂੰ ਪੰਜਾਬੀ 'ਚ ਉਦਾਸੀਆਂ ਕਹਿੰਦੇ ਆ। ਤੇ ਇਹ ਬੜਾ ਫੇਮਸ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਇਤਿਹਾਸ ਦੇ ਵਿੱਚ 3rd ਜਾਂ 2nd ਮੋਸਟ ਟਰੈਵਲਡ ਮੈਨ ਦੀ ਕੈਟਾਗਰੀ ਦੇ ਵਿੱਚ ਪਾਇਆ ਗਿਆ। तो तुसी इमेजिन करो कि तुसी बिल्कुल लद्दाख वाली साइड पैदल चले जाओ, तुसी ईस्टर्न साइड उड़ीसा तक जो है वो पैदल चले गए, तुसी वेस्टर्न साइड अगर देखो तो मक्का मदीना ते ये भी कहा जाता है कि वो मतलब इटली दे जिहड़ा रोम हैगा उत्थे जिथे कैथोलिक्स दा राज हैगा उत्थों तक चले गए एंड साउथ दे विच श्रीलंका तक पैदल चले गए। तो वो मतलब इदा करके चारों डायरैक्शंस दे विच जो है जाना शुरू करते हैं एंड इवेंचुअली हर
ट्रैवल ਦੇ ਵਿੱਚ ਉਹਨਾਂ ਨਾਲ ਬੜੀਆਂ ਇੰਟਰਸਟਿੰਗ ਸਟੋਰੀਜ਼ ਹੁੰਦੀਆਂ, ਉਹਨਾਂ ਦੇ ਨਾਲ ਮਰਦਾਨਾ ਜੀ ਹੁੰਦੇ ਆ, ਤਾਂ ਬੜੀਆਂ ਕਹਾਣੀਆਂ ਹੁੰਦੀਆਂ, ਬੜੇ ਲੋਕਾਂ ਨੂੰ ਜੋ ਹੈ ਜਾਗਰੂਕ ਕੀਤਾ ਜਾਂਦਾ ਥਰੂ ਹਿਸ ਆਈਡੀਆਜ਼। तो इस पूरे सिखिज्म ਦਾ ਆਈਡੀਆ ट्रैवल ਨਾਲ ਜਿਹੜਾ ਹੈ ਫੈਲਿਆ। सो ट्रैवलिंग ਕਰਦੇ ਰਹੇ एंड दे स्टार्टेड टू स्प्रेड दिस मैसेज ऑफ लव एंड ब्रदरहुड। सो बहुत ही इंपॉर्टेंट है ਇਹ पूरा सिस्टम। द नंबर ऑफ गुरु नानक फॉल एंड स्लोली ऑब्वियस जी गल है कि जिमें जिमें वो ट्रैवल करते रहे उन्होंने फॉलोअर्स ਜਿਹੜੇ ਆ ਉਹ ਇਨਕਰੀਜ਼ ਹੁੰਦੇ ਗਏ एंड सक्सैसर्स ਜਿਹੜੇ ਆ ਉਹ ਵੀ ਇਨਕਰੀਜ਼ ਹੁੰਦੇ ਗਏ। इस टाइम ते बड़ियां जात पात अपने देश च हुंदियां सी, बड़े एग्रीकल्चर, बड़े आर्टिसनस। इनफैक्ट उन्होंने मतलब इन्ने फॉलोअर्स, मतलब कोई ਜਿਹੜੇ ਉਹਨਾਂ ਦੇ ਫॉलोअर्स ਸੀ ਉਹਨਾਂ ਨੇ ਕੋਈ ਜਾਤ ਨਹੀਂ ਦੇਖੀ, ਕੋਈ ਉਹਨਾਂ ਨੇ ਆਕੂਪੇਸ਼ਨ ਨਹੀਂ ਦੇਖੀ, ਕੋਈ ਉਹਨਾਂ ਦੇ ਇਹ ਨਹੀਂ ਦੇਖਿਆ ਕਿ ਉਹ ਅਮੀਰ ਹੈ ਕਿ ਗਰੀਬ ਹੈ, ਛੋਟੀ ਜਾਤ ਹੈ ਕਿ ਉੱਚੀ ਜਾਤ ਹੈ। ਤੇ ਉਹਨਾਂ ਨੇ ਗੁਰੂ ਸਾਹਿਬ ਦੀ ਜਿਹੜੀ ਟੀਚਿੰਗਸ ਆ ਉਹਨਾਂ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਮੰਨਿਆ ਐਂਡ ਇਵੈਂਚੁਅਲੀ ਹੌਲੀ ਹੌਲੀ ਕਰਕੇ ਇੱਕ ਕਮਿਊਨਿਟੀ ਆਫ ਫॉलोअर्स ਐਮਰਜ ਹੋਣੇ ਸ਼ੁਰੂ ਹੋ ਗਏ। 17th ਸੈਂਚੁਰੀ ਤੋਂ ਜਸਟ ਪਹਿਲਾਂ ਰਾਮਦਾਸਪੁਰ ਜਿਹਨੂੰ ਅੰਮ੍ਰਿਤਸਰ ਆਪਾਂ ਅੱਜ ਦੀ ਡੇਟ 'ਚ ਕਹਿੰਦੇ ਆ ਉਹ ਡਿਵੈਲਪ ਕੀਤਾ ਗਿਆ ਐਂਡ ਉਹਦੇ ਅਰਾਊਂਡ ਗੁਰਦੁਆਰਾ ਹਰਮੰਦਰ ਸਾਹਿਬ ਜਿਹਨੂੰ ਕਹਿ ਲਓ ਕਿ ਇਟ ਇਜ਼ ਦੀ ਐਪੀਸੈਂਟਰ ਆਫ ਸਿੱਖ ਰਿਲੀਜਨ ਡਿਵੈਲਪ ਕੀਤਾ ਗਿਆ ਐਂਡ ਇਵੈਂਚੁਅਲੀ ਉਸ ਤੋਂ ਬਾਅਦ ਗੁਰੂ ਜਿਹੜਾ ਸਿੱਖ ਰਿਲੀਜਨ ਉਹ ਇੱਕ ਸੈਲਫ ਗਵਰਨਿੰਗ ਰਿਲੀਜਨ ਬਣ ਗਿਆ ਐਂਡ ਮਾਡਰਨ ਹਿਸਟੋਰੀਅਨਸ ਨੇ ਇਹ ਵੀ ਕਿਹਾ ਕਿ 17th ਸੈਂਚੁਰੀ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਆਂਦੀ ਹੈ ਉਹ ਇੱਕ ਸਟੇਟ ਵਿਦ ਇਨ ਦ ਸਟੇਟ ਦਾ ਆਈਡੀਆ ਜਿਹੜਾ ਹੈ ਡਿਵੈਲਪ ਹੋਣ ਲੱਗ ਗਿਆ। तो सब तो पहला जिवें मैं दस्सिया गुरु नानक देव जी बारे देखते हैं आपां। तो गुरु नानक देव जी का जन्म ननकाना साहिब दे विच जो अज आपां ननकाना साहिब कहने पाकिस्तान जिहड़ी तलवंडी साबो लाहौर दे बिल्कुल कोल है पाकिस्तान दे विच उत्थे हुंदा है एंड ये बेदी गोत्रा नूं बिलोंग करदे है एंड इन्हां दा जन्म 1469 AD दे विच हुंदा है। इस टाइम ते लोधी वंश दा राज चलदा पिया। कंटैंपरेरी रूलर जिहड़े हैगे ओह बहलोल लोधी जिहड़े कंटैंपरेरी रूलर हुंदे। गुरु नानक देव जी नूं अर्ली एजुकेशन संस्कृत एंड पर्शियन लैंग्वेज मिली जो कि उस टाइम ते ही दो लैंग्वेजेस बड़ियां फेमस होंदियां सी। तो अल्टीमेटली सारी फैमिलीज कहंदियां सी कि तुसीं संस्कृत ते पर्शियन जरूर पढ़ो। इन्हां दा सब तो ही वॉज वन ऑफ द ग्रेटेस्ट सेंट्स ऑफ भक्ति मूवमेंट। देखो भक्ति मूवमेंट दा अगर मैं तुहानूं आइडिया देवां तां की हुंदा सीगा कि जिहड़े प्रीस्टली क्लास सीगी जिहड़े हिंदू प्रीस्ट सीगे उन्हां ने एक टाइप दी जिहनूं कह लो कि कंट्रैक्चुअल अग्रीमेंट करने शुरू करते सी रब नाल कि भाई अगर तुसीं रब नूं विजिट करना है तो साडे थ्रू ही विजिट करना पऊगा, सानूं तुसीं पैसे दो, असीं यज्ञ करावांगे, रब नाल तुहाडा ना मिलाप करावांगे। लेकिन यह बड़ा अनफॉर्चुनेट सीगा बिकॉज बहुत ज़्यादा करप्शन एंड पैसे एंड ये सिस्टम जिहड़ा है वो धर्म नूं किते ना किते धर्म दे आइडिया नूं डिफीट कर रहा सीगा। तो भगती मूवमेंट एक चली जिहदे विच बहुत फिलोसफर्स आए जिवें मीरा आई जिहड़ी कहंदी सीगी कि लॉर्ड कृष्णा नाल मेरा विआह हो गया है। फिर ना महाप्रभु जी आए जिन्होंने लॉर्ड कृष्णा नाल बड़े अच्छे मतलब उन्होंने लगता सीगा कि मेरा दोस्त है। इस तरीके नाल कबीर जी आए, शेख फरीद जी जो कि भक्ति नहीं सूफी मूवमेंट के बड़े फेमस हो सी। तो ये लोगों के कॉमन आइडियाज ये सीगे कि अगर रब नूं तुसीं मिलना चाहते हो तो एक कंपैशन लव एंड इंसान की मदद करके भी रब नाल गल हो सकती है। तो तुहानूं कोई ब्राह्मण नहीं चाहिए जिहड़ा कि तुहाडे लई रब नाल कनैक्शन डेवलप करे। तो अल्टीमेटली ही वॉज वन ऑफ दोज रेवोल्यूशनरी मूवमेंट्स जो कि इस टाइम ते हो रही सीगियां विच डिसाइडेड द रिलेशनशिप बिटवीन द गॉड एंड द मैन एंड ए ग्रेटेस्ट सेंट ऑफ भक्ति मूवमेंट जिहड़े रहे है। इस तो बाद गुरु नानक देव जी पहले गुरु सीगे। इन्हां दा समा 1469 तो लैके 1539 AD तक रहा एंड ही वॉज द फर्स्ट गुरु एंड ये बहुत ट्रैवल किया जिवें मैं दस्सिया है ना। एंड फाइनली जाके ये करतारपुर जिहड़ा डेरा बाबा नानक है बिल्कुल लास्ट ईयर ऑफ हिज लाइफ दे विच करतारपुर साहिब चले जाते हैं एंड उत्थे डेरा बाबा नानक एक अज भी गुरुद्वारा एग्जिस्ट करता है। ऑल दो करतारपुर कॉरीडोर आपां है ना तुहानूं पता है कि पाकिस्तान चला गया है एंड वो करतारपुर कॉरीडोर के उपर बड़ी पॉलिटिक्स चलती है। तो इवेंचुअली ਜਿਹੜੇ ਪਹਿਲੇ ਸਿੱਖ ਗੁਰੂ ਸੀਗੇ ਉਹ ਫਾਈਨਲ ਆਪਣੇ ਸਮਾਂ ਜਿਹੜਾ ਹੁੰਦਾ ਹੈ ਉਹ ਕਰਤਾਰਪੁਰ ਦੇ ਵਿੱਚ ਆਪਦਾ ਬਤੀਤ ਕਰਦੇ ਜੋ ਰਾਵੀ ਰਿਵਰ ਦੇ ਕੰਢਿਆਂ ਦੇ ਉੱਪਰ ਹੈ। ਕੁਐਸਚਨ ਤੁਹਾਨੂੰ ਆ ਸਕਦਾ ਹੈ ਕਿ ਕਰਤਾਰਪੁਰ ਸਾਹਿਬ ਜਿਹੜਾ ਹੈਗਾ ਉਹ ਕਿਹੜੇ ਰਿਵਰ ਦੇ ਕੰਢਿਆਂ ਦੇ ਉੱਪਰ ਰੈਗੂਲੇਟਡ ਹੈ। ਰੈਗੂਲਰ ਵਰਸ਼ਿਪ है ना मतलब इन्होंने बड़े सिंगिंग ऑफ द हिम्स कीर्तन करना मरदाना जी ਜਿਹੜੇ ਹੈਗੇ रबाब ਵਜਾਉਂਦੇ ਸੀ। तो वो सारा प्रोसैस के थ्रू ही तुसी रब नूं जो है मिल सकते हो, सच्चे पातशाह वाहिगुरू जी नूं मिल सकते हो। तो उही आइडिया इन्होंने दिता एंड तुसी देखो लंगर की प्रथा ਜਿਹੜਾ ਮੈਨੂੰ ਲੱਗਦਾ है कि अज तक की सब तो बेस्ट सोशल इन्वेंशन ऑफ ऑल टाइम्स हैगी लंगर की प्रथा वो इन्होंने शुरू की। तो लंगर देखो कदे खत्म ही नहीं होंदा है ना। तुसी देखो जंगा चलदियां वॉर्स चलदियां सीरिया च वॉर चली उत्थे खालसा एड वाले ने लंगर करवाया, किसान अंदोलन होया उत्थे इन्ने लोग
ਇੰਨੇ ਕਿਸਾਨ ਆਪਣੇ ਭਾਈ ਗਏ ਲੇਕਿਨ ਰੋਟੀ ਉੱਥੇ ਕਦੇ ਖਤਮ ਨਹੀਂ ਹੋਈ। ਗੁਰਦੁਆਰੇ ਤੁਸੀਂ ਦੇਖੋ ਕਿ ਗੋਲਡਨ ਟੈਂਪਲ 'ਚ ਰੋਟੀ ਕਦੇ ਖਤਮ ਹੀ ਨਹੀਂ ਹੁੰਦੀ। तो एक लंगर ਦੀ ਇਹੋ ਜਿਹੀ ਪ੍ਰਥਾ ਚਲਾਈ ਕਿ ਜਿਹੜੀ ਅੱਜ ਤੱਕ ਖਤਮ ਹੀ ਨਹੀਂ ਹੋ ਰਹੀ। ਸੋ ਆਈ ਥਿੰਕ ਇਹ ਸਭ ਤੋਂ ਬੈਸਟ ਸੋਸ਼ਲ ਇਨਵੈਂਸ਼ਨ ਆਫ ਮਾਡਰਨ ਹਿਸਟਰੀ ਹੈ ਕਿ ਜੋ ਲੰਗਰ ਦੀ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ। तो ਬਾਬੇ ਦਾ ਲੰਗਰ ਹੈ ਐਂਡ ਉਹ ਕਦੇ ਖਤਮ ਹੀ ਨਹੀਂ ਹੁੰਦਾ। ਇਹਦੇ ਬਾਰੇ ਜਨਰਲੀ ਆਪਾਂ ਗੱਲਾਂ ਕਰਦੇ ਹਾਂ। तो इट इज़ वन ऑफ द वेरी ग्रेट इन्वेंशनस जो गुरु नानक देव जी ਦੀ ਲੈਗੇਸੀ ਰਹੀ, ਗੁਰੂ ਨਾਨਕ ਦੇਵ ਜੀ ਨੇ ਚਲਾਈ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਉਹਨਾਂ ਨੇ ਜਿਹੜੇ ਗੁਰਦੁਆਰਾਸ ਦਾ ਆਈਡੀਆ ਕ੍ਰੀਏਟ ਕੀਤਾ ਜਿੱਥੇ ਤੁਸੀਂ ਬੈਠ ਕੇ ਆਪਣੇ ਪ੍ਰੀਚਿੰਗਸ ਦੇ ਸਕਦੇ ਹੋ, ਆਪਣੀ ਗੱਲਬਾਤ ਕਰ ਸਕਦੇ ਹੋ। ਐਂਡ ਡੈਫੀਨੇਟਲੀ ਤਿੰਨ ਇੰਪੋਰਟੈਂਟ ਪਰਸੈਪਸ਼ਨਸ ਆਫ ਗੁਰੂ ਨਾਨਕ ਦੇਵ ਜੀ ਇਹ ਹੈ ਕਿ ਨਾਮ ਜਪੋ, ਕੀਰਤ ਕਰੋ ਐਂਡ ਵੰਡ ਛਕੋ। ਸੋ ਨਾਮ ਜਪਣਾ ਮਤਲਬ ਰੱਬ ਦਾ ਨਾਮ ਲੈਣਾ, ਰੱਬ ਮਤਲਬ ਵਨ ਗॉड, ਉਹਦੀ ਕੰਟੈਂਪਲੇਸ਼ਨ ਕਰਨੀ। ਐਂਡ ਡੈਫੀਨੇਟਲੀ ਕੀਰਤ ਕਰੋ, ਕੀਰਤ ਕਰੋ ਦਾ ਮਤਲਬ ਹੈ ਲਾਈਵਲੀਹੁੱਡ ਆਪਣੀ ਕਮਾਓ, ਮਿਹਨਤ ਕਰੋ ਐਂਡ ਲਾਈਵਲੀਹੁੱਡ ਕਰੋ। ਐਂਡ ਫਾਈਨਲੀ ਡੈਫੀਨੇਟਲੀ ਅਗਰ ਤੁਸੀਂ ਬਹੁਤ ਪੈਸੇ ਵਾਲੇ ਹੈਗੇ ਹੋ ਆਪਦੇ ਪੈਸੇ ਦਾ ਕੁਝ ਛੋਟਾ ਜਿਹਾ ਹਿੱਸਾ जरूर दान करो, वंड छको, है ना, वंड छको। तो फॉर एग्जांपल एक बड़ी फेमस कहानी है कि अगर तुहाडे कोले ज़्यादा पैसे है, तुहाडे जिन्ने तुहाडे कोले होने चाहिए उस तो काफ़ी ज़्यादा पैसे है, तो वो ज़्यादा पैसे रब ने तुहानू दूजिਆਂ ਨੂੰ देण वास्ते दिते है। तो ਇਹ ਦਾ ਆਈਡੀਆ ਹੈਗਾ ਵੰਡ ਛਕਣਾ। तो ਅਲਟੀਮੇਟਲੀ ਉਹਦੇ ਤੇ ਇਹਨਾਂ ਨੇ ਫੋਕਸ ਕੀਤਾ। ਐਂਡ ਟੀਚਿੰਗਸ ਆਫ ਇਕੁਐਲਿਟੀ ਨੂੰ ਪ੍ਰੀਚ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਸੰਗਤ ਤੇ ਪੰਗਤ ਦਾ ਆਈਡੀਆ ਇੰਟਰੋਡਿਊਸ ਕੀਤਾ। ਸੰਗਤ ਦਾ ਬੇਸਿਕਲੀ ਮਤਲਬ ਹੈ कि भाई इस संगत ते पंगत का बेसिकली मतलब है कि कोई भी उच्ची या नीची जात का नहीं है एंड सब इको ही जात दे, हाई रिच एंड पुअर सब कट्ठे बैठणगे एंड कट्ठे लंगर करनगे। तो उस चीज़ का कॉन्सैप्ट इन्होंने इंट्रोड्यूस किया। कीर्तन भजन ते राग के थ्रू अपनी टीचिंग्स नू प्रीच करते सी। सो ये एक अच्छा आइडिया है ना इन्होंने देखा। एंड जस्ट बिफोर हिज डेथ इन 1539 गुरु नानक देव जी ने अपने फॉलोअर्स अपना फॉलोअर ਨੂੰ ਸਕਸੈਸਰ ਅਪਾਇੰਟ ਕੀਤਾ। ਸੋ ਹੀ ਵਾਸ ਗੁਰੂ ਅੰਗਦ ਦੇਵ ਜੀ। ਇਵਨ ਅੰਗਦ ਤੋਂ ਹੀ ਪਤਾ ਚੱਲਦਾ ਕਿ ਉਹ ਅੰਗ ਸੀਗੇ ਗੁਰੂ ਨਾਨਕ ਦੇਵ ਜੀ ਦੇ। ਤੋਂ ਉਹ ਅਪਾਇੰਟ ਜੋ ਹੈ ਕੀਤੇ। ਉਹਨਾਂ ਦਾ ਨਾਮ ਸੀ, ਜੋ ਉਹਨਾਂ ਦਾ ਓਰੀਜਨਲ ਨਾਮ ਸੀਗਾ ਉਹ ਸੀ ਭਾਈ ਲਹਿਣਾ, लेकिन अल्टीमेटली उन्होंने गुरु अंगद देव जी की डेजिग्नेशन मिली क्योंकि वो इन्ने ज़्यादा सपोर्ट करते सी गुरु नानक देव जी को कि गुरु नानक देव जी को ऐ लगता सी वो मेरा अंग ही है। तो इस करके उन्होंने गुरु अंगद देव जी जो है क्या गया। हाँ जी, तो पहले गुरु नानक देव जी तो बाद आपां हुण सैकेंड गुरु अंगद देव जी के उपर चलते हैं। जिवें मैं दस्सिया कि गुरु अंगद देव जी का जिहड़ा ओरिजिनल नाम सी वो भाई लहणा सी, लेकिन क्योंकि वह गुरु नानक देव जी के बड़े ही खास सी, बड़े ही नेड़े सी, उन्हां ऐ लगदा सी जिवें उन्हां दा बॉडी पार्ट ही हुंदे है, उन्हां दा अंग ही हुंदा है। तो इस करके इन्हां दा नाम गुरु अंगद देव जी जो है रखा गया। ये सैकेंड गुरु सी एंड इन्हां ने गुरु नानक देव जी नूं मिलण तो बाद ये सिख बन गए एंड उन्हां ने गुरु नानक देव जी नूं काफ़ी सालां तक सर्व किया। गुरु नानक देव जी ने ही नाम अंगद रखा एंड इसे करके उन्होंने सैकेंड सिख गुरु अंगद देव जी ही चूज किए। एंड इस तो शुरू हो जाता सक्सैशन ऑफ गुरुज जिहड़े है। तुसीं देखिया होगा कि 10 गुरुज हुण आउणगे। गुरु अंगद देव जी की सब तो इंपॉर्टेंट कॉन्ट्रीब्यूशन सिख रिलीजन नूं जिहड़ी रही वो गुरमुखी स्क्रिप्ट नूं लैके रही। देखो स्क्रिप्ट हुंदा है रिटन पार्ट ऑफ एनी लैंग्वेज कि किवें लिखदे हो, किवें तुसीं सिहारी पाने हो, किवें बिहारी पाने हो, किवें बिंदी टिप्पी, इन्हां दा की मतलब है। ये पूरा जिहड़ा ऊड़ा आड़ा ईड़ी आपां कहने हैं, ये सारा जिहड़ा प्रोसैस हैगा ये पूरे लिखण दा जिहड़ा तरीका है, ये लिखण दा तरीका गुरु अंगद देव जी ने दिता, जो कि आई थिंक एक बहुत ही जबरदस्त इन्वेंशन है। क्योंकि स्क्रिप्ट दी इन्वेंशन आपदे विच ही बहुत मतलब कह लो कि बहुत पहुंची हुई जिहड़ी है ना चीज़ है, वो पहुंचे हुए लोग ही इनू स्क्रिप्ट्स नू लिख सकते हैं। तो वो इन्होंने करके दिखाया गुरु अंगद देव जी ने। अज भी आप अपनी गुरुमुखी की उन्नी रिस्पैक्ट करते, ऑल्दो अजकल ग्लोबलाइजेशन के दौर दे विच एंड बहुत कनेडा जान वाले लोग जिहड़े हैगे आ वो किते ना किते अपनी पंजाबी भाषा नू भुलते जा रहे, लेकिन इन्हां दा जिहड़ा विरसा है आपां नू बिल्कुल भी नहीं भुलना चाहिए। एंड इन्होंने गुरमुखी स्क्रिप्ट जिहड़ी है आपां नू दित्ती। ऑल्दो गुरमुखी स्क्रिप्ट जिहड़ी है देवनागरी स्क्रिप्ट तो इंस्पायर्ड सीगी। ये वही स्क्रिप्ट है जितों हिंदी लैंग्वेज आती है, इस करके काफ़ी शब्द जिहड़े आ मिलते जुलते हैं हिंदी लैंग्वेज नाल। बट अगेन बहुत इंपॉर्टेंट कॉन्ट्रीब्यूशन गुरु अंगद देव जी की रही। गुरमुखी जिन्ना भी हुण आने वाले टाइम तुसीं देखोगे जिहड़े भी सिख होणगे, जिहड़े भी गुरुज होणगे, सिख गुरुज होणगे, वो जो भी लिखणगे, फॉर एग्जांपल है ना गुरु जो आपां गुरु ग्रंथ साहिब नूं लिखांगे तो सारा जिन्ना भी लिखती होगा सब गुरमुखी स्क्रिप्ट दे विच ही जिहड़ा है लिखिया जाऊगा। गुरु ग्रंथ साहिब इनफैक्ट जिहड़ी होली बुक है सिक्स दी, इनफैक्ट एटर्नल गुरु है, 11th गुरु है अपने सिखां दे। तो अल्टीमेटली वो सारी जिहड़ी गुरमुखी स्क्रिप्ट दे विच ही इहनूं भी मैंशन किया गया है। इन्हां दा जन्म 31 मार्च दे विच होया सी 1504 दे विच एंड मुक्तसर साहिब नूं यह बिलोंग करते हैं। मुक्तसर तुहानूं पता ही है कि उत्थे बहुत फेमस गुरुद्वारा भी है मुक्तसर साहिब दा गुरुद्वारा। तो मुक्तसर साहिब दे
ਬਿਲੋਂਗ ਕਰਦੇ ਆ। ਐਂਡ ਅਨਫੋਰਚੂਨੇਟਲੀ ਇਹ ਜੋਤੀ ਜੋਤ ਸਮਾਏ ਔਨ 1552 29th of March ਖਡੂਰ ਸਾਹਿਬ ਦੇ ਵਿੱਚ। ਫਿਰ ਆਂਦੇ ਥਰਡ ਗੁਰੂ, ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦੇ ਬਾਰੇ ਮੈਂ ਅਗਰ ਤੁਹਾਨੂੰ ਦੱਸਾਂ ਤਾਂ ਇਹ ਕਈ ਵਾਰ ਇਹਨਾਂ ਨੂੰ ਗੁਰੂ ਅਮਰਦਾਸ ਜੀ ਥਰਡ ਗੁਰੂ ਹੁੰਦੇ ਆ। ਐਂਡ ਹੀ ਬਿਕੇਮ ਦ ਸਿੱਖ ਗੁਰੂ ਐਟ ਦੀ ਏਜ ਆਫ 73 ਈਅਰਸ। तो ਕਾਫੀ ਬਜ਼ੁਰਗ ਹੋ ਕੇ ਇਹ ਗੁਰੂ ਬਣਦੇ 73 ਈਅਰਸ ਤੇ ਜਾ ਕੇ। ਐਂਡ ਥਰਡ ਸਿੱਖ ਗੁਰੂ ਹੈ। ਇਹਨਾਂ ਨੇ ਸਿੱਖ ਮੂਵਮੈਂਟ ਨੂੰ ਸਟਰੈਂਥਨ ਕੀਤਾ ਬਾय ਸਟਾਰਟਿੰਗ ਦ ਇੰਸਟੀਟਿਊਸ਼ਨ ਆਫ ਮੰਜੀ ਐਂਡ ਪੀਰੀਜ਼। ਤਾਂ ਮੰਜੀ ਸਿਸਟਮ ਬੇਸਿਕਲੀ ਕੁਝ ਨਹੀਂ ਸੀਗਾ ਕਿ ਗੁਰੂ ਜੀ ਮੰਜੀ ਦੇ ਉੱਪਰ ਬੈਠ ਜਾਂਦੇ ਸੀ ਐਂਡ ਜਿਹੜੇ ਫੋਲੋਅਰਸ ਹੁੰਦੇ ਸੀਗੇ ਉਹ ਨੀਚੇ ਬੈਠ ਜਾਂਦੇ ਸੀਗੇ। ਐਂਡ ਇਵੈਂਚੁਅਲੀ ਉਹ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਨੂੰ ਉਹਨਾਂ ਨੂੰ ਦੱਸਦੇ ਸੀਗੇ। ਤਾਂ ਇਹ ਪੂਰਾ ਸਿਸਟਮ ਮੰਜੀ ਤੇ ਪੀਰੀ ਸਿਸਟਮ ਦਾ ਆਈਡੀਆ, ਪੀਰੀ ਮਤਲਬ ਸਪਿਰਿਚੁਅਲਿਜ਼ਮ, ਕਿ ਬਈ ਹਰ ਇਨਸਾਨ ਨੂੰ ਜੋ ਹੈ ਆਪਣੀ ਮਟੀਰੀਅਲ ਜ਼ਿੰਦਗੀ ਨੂੰ ਭੁੱਲ ਕੇ ਸਪਿਰਿਚੁਅਲ ਜਰਨੀ ਤੇ ਜਾਣਾ ਚਾਹੀਦਾ ਹੈ। ਐਂਡ ਇਨਫੈਕਟ ਅੱਜ ਵੀ ਆਪਾਂ ਗੱਲਾਂ ਕਰਦੇ ਹਾਂ ਕਿ ਯਾਰ ਇੰਨੀ ਡਿਪਰੈਸ਼ਨ, ਇੰਨੀ ਐਂਗਜ਼ਾਇਟੀ ਹੈ, ਉਹਦਾ ਕੀ ਹੱਲ ਹੋ ਸਕਦਾ ਹੈ। ਤਾਂ ਗੁਰੂ ਨਾਲ ਜੁੜੋ, ਸਪਿਰਿਚੁਅਲਿਜ਼ਮ ਵੱਲ ਜੁੜੋ, ਅੰਦਰ ਵਾਲੀ ਗੱਲਾਂ ਨੂੰ ਅੰਡਰਸਟੈਂਡ ਕਰੋ। ਤਾਂ ਉਹ ਕਿਤੇ ਨਾ ਕਿਤੇ ਚੀਜ਼ਾਂ ਇਹਨਾਂ ਨੇ ਆਈਡੀਆ ਜਿਹੜਾ ਦੇਣਾ ਸ਼ੁਰੂ ਕੀਤਾ ਗੁਰੂ ਅਮਰਦਾਸ ਜੀ ਨੇ। ਇਹਨਾਂ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਹੁੰਦਾ ਹੈ, ਲੇਕਿਨ ਅਨਫੋਰਚੂਨੇਟਲੀ ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਦੀ ਜੋਤੀ ਜੋਤ ਸਮਾ ਜਾਂਦੇ ਹੈ। ਫੋਰਥ ਗੁਰੂ, ਗੁਰੂ ਰਾਮਦਾਸ ਜੀ ਆਉਂਦੇ ਆ। ਗੁਰੂ ਰਾਮਦਾਸ ਜੀ ਜਿਹੜੇ ਸੀਗੇ ਉਹ ਲਾਹੌਰ ਦੇ ਵਿੱਚ ਮਤਲਬ ਫੈਮਿਲੀ ਇਹਨਾਂ ਦੀ ਸੀਗੀ। ਐਂਡ ਇਹਨਾਂ ਦਾ ਜਿਹੜਾ ਬਰਥ ਨੇਮ ਸੀ ਉਹ ਭਾਈ ਜੇਠਾ ਜੀ ਸੀ। ਐਂਡ ਇਹ ਵਿਚਾਰੇ ਛੋਟੀ ਉਮਰ 'ਚ ਹੀ ਔਰਫਨ ਹੋ ਗਏ ਸੀ ਐਟ ਦੀ ਜਸਟ ਏਜ ਆਫ 7। ਮਤਲਬ ਇਹਨਾਂ ਦੇ ਮਦਰ ਫਾਦਰ ਦੋਨੋਂ ਚਲੇ ਗਏ ਸੀ। ਉਸ ਤੋਂ ਬਾਅਦ ਇਹ ਆਪਣੇ ਮੈਟਰਨਲ ਗ੍ਰੈਂਡ ਮਦਰ ਨਾਲ ਹੀ ਆਪਣੇ ਪਿੰਡ ਦੇ ਵਿੱਚ ਰਹਿੰਦੇ ਹੈ। 12 ਸਾਲ ਦੀ ਉਮਰ ਦੇ ਵਿੱਚ ਭਾਈ ਜੇਠਾ ਜੀ ਐਂਡ ਉਹਨਾਂ ਦੇ ਗ੍ਰੈਂਡ ਮਦਰ ਜਿਹੜੇ ਮੈਂ ਦੱਸਿਆ ਮੈਟਰਨਲ ਗ੍ਰੈਂਡ ਮਦਰ ਨਾਨੀ ਜੀ, ਉਹ ਗੋਇੰਦਵਾਲ ਚਲੇ ਗਏ ਸੀ। ਐਂਡ ਉੱਥੇ ਉਹਨਾਂ ਨੇ ਗੁਰੂ ਅਮਰਦਾਸ ਜੋ ਕਿ ਤੀਜੇ ਗੁਰੂ ਸੀ ਉਹਨਾਂ ਨਾਲ ਉਹਨਾਂ ਨੇ ਮਿਲਿਆ। ਗੁਰੂ ਰਾਮਦਾਸ ਜੀ ਬਹੁਤ ਹੀ ਮਾਰਵਲਸ ਆਰਕੀਟੈਕਟ ਸੀਗੇ। ਇਹਨਾਂ ਨੇ ਬਹੁਤ ਆਰਕੀਟੈਕਚਰ ਵੰਡਰਸ ਆਫ ਵਰਲਡ ਐਂਡ ਸਿੱਖ ਰਿਲੀਜਨ ਕ੍ਰੀਏਟ ਕੀਤੇ ਆ, ਇਨਕਲੂਡਿੰਗ ਦ ਹੋਲੀ ਸਿਟੀ ਆਫ ਅੰਮ੍ਰਿਤਸਰ। ਐਂਡ ਉੱਥੇ ਜਿਹੜਾ ਹਰਮੰਦਰ ਸਾਹਿਬ ਹੈ ਉਹ ਵੀ ਇਹਨਾਂ ਨੇ ਹੀ ਸਟਾਰਟ ਕੀਤਾ। ਮੀਆਂ ਮੀਰ ਬੇਸਿਕਲੀ ਆਰਕੀਟੈਕਟ ਸੀ ਐਂਡ ਇਵੈਂਚੁਅਲੀ ਉਹਨਾਂ ਆਰਕੀਟੈਕਟ ਦੀ ਸਰਵਿਸਿਜ਼ ਨੂੰ ਯੂਜ਼ ਕਰਕੇ ਇਹ ਪੂਰਾ ਦਾ ਪੂਰਾ ਜਿਹੜਾ ਕ੍ਰੀਏਟ ਕੀਤਾ ਗਿਆ। ਐਂਡ ਹੁਣ ਤੁਸੀਂ ਦੇਖੋ ਕਿ ਅੰਮ੍ਰਿਤਸਰ ਤਾਂ ਵੈਸੇ ਵੀ ਸਿੱਖ ਸਪਿਰਿਚੁਅਲ ਕੈਪੀਟਲ ਬਣ ਚੁੱਕਿਆ ਹੈ ਸਿੱਖ ਫੇਥ ਦਾ। ਤਾਂ ਅਲਟੀਮੇਟਲੀ ਇਹ ਕਿਤੇ ਨਾ ਕਿਤੇ ਇਹਨਾਂ ਦਾ ਉਸ ਚੀਜ਼ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ। ਜਿਵੇਂ ਮੈਂ ਦੱਸਿਆ ਇਹਨਾਂ ਦਾ ਜਨਮ ਪਾਕਿਸਤਾਨ ਲਾਹੌਰ ਦੇ ਵਿੱਚ ਹੋਇਆ ਸੀ। ਐਂਡ ਇਵੈਂਚੁਅਲੀ ਗੋਇੰਦਵਾਲ ਸਾਹਿਬ ਜਿੱਥੇ ਬੌਲੀ ਸਾਹਿਬ ਵੀ ਹੈਗਾ ਹੈ ਨਾ, ਉਹ ਸਾਰੇ ਏਰੀਆ ਦੇ ਵਿੱਚ ਇਹਨਾਂ ਦੀ ਜੋ ਹੈ ਅਨਫੋਰਚੂਨੇਟਲੀ ਜੋਤੀ ਜੋਤ ਸਮਾ ਗਏ ਇਹ। ਫਿਰ ਫਿਫਥ ਗੁਰੂ, ਗੁਰੂ ਅਰਜਨ ਦੇਵ ਜੀ ਆਉਂਦੇ ਹੈ। ਇਹਨਾਂ ਨੂੰ ਡੈਜ਼ਿਗਨੇਟ ਕੀਤਾ ਗਿਆ ਕਿ ਇਹ ਸ਼ਹੀਦਾਂ ਦੇ ਸਰਤਾਜ ਹੈ। ਐਂਡ ਮੈਂ ਤੁਹਾਨੂੰ ਥੋੜਾ ਜਿਹਾ ਬੈਕਗਰਾਉਂਡ ਦੇਣਾ ਚਾਹਾਂ तो देखो इस टाइम ਤੇ ਮੁਗਲ ਸਲਤਨਤ ਦਾ ਰੂਲ ਇੰਡੀਆ 'ਚ ਸ਼ੁਰੂ ਹੋ ਚੁੱਕਿਆ ਸੀ। ਅਕਬਰ ਜਿਹੜੇ ਸੀਗੇ ਉਹਨਾਂ ਦੀ ਡੈਥ ਤੋਂ ਬਾਅਦ ਇੱਕ ਵਾਰ ਆਫ ਸਕਸੈਸ਼ਨ ਹੋ ਗਿਆ ਸੀ ਜਹਾਂਗੀਰ ਤੇ ਅਕਬਰ ਦੇ ਪੋਤੇ ਯਾਨੀ ਕਿ ਜਹਾਂਗੀਰ ਦੇ ਮੁੰਡੇ ਦੇ ਵਿੱਚ, ਹੈ ਨਾ। ਤੋਂ ਇਹਨਾਂ ਦੋਨਾਂ 'ਚ ਆਪਸ ਦੇ ਵਿੱਚ ਜਿਹੜੀ ਹੈ ਜੰਗ ਚੱਲ ਗਈ ਸੀਗੀ। ਤੋਂ ਜਹਾਂਗੀਰ ਨੂੰ ਸਪੋਰਟ ਨਹੀਂ ਕੀਤਾ ਸੀਗਾ, ਇਨਫੈਕਟ ਜਿਹੜੇ ਪੋਤੇ ਸੀਗੇ ਉਹਨਾਂ ਨੂੰ ਸਪੋਰਟ ਕਰਤਾ ਸੀ ਗੁਰੂ ਅਰਜਨ ਦੇਵ ਜੀ ਨੇ। ਤੋਂ ਜਿਹੜੀ ਸੈਂਟਰ ਦੀ ਪੋਲਿਟਿਕਸ ਸੀਗੀ ਉਹਦੇ ਵਿੱਚ ਹੁਣ ਹੌਲੀ ਹੌਲੀ ਕਰਕੇ ਆਪਣੀ ਪੰਜਾਬ ਦੇ ਜਿਹੜੇ ਗੁਰੂਜ਼ ਹੈ ਉਹ ਵੀ ਇਨਵੋਲਵ ਹੋਣ ਲੱਗ ਗਿਆ। तो जहांगीर ਨੂੰ ਇਹ ਚੀਜ਼ ਜਿਹੜੀ ਹੈ ਜਰੀ ਨਹੀਂ ਕਿ ਉਹਨੇ ਮੇਰੇ ਖਿਲਾਫ ਜਿਹੜਾ ਖੜਾ ਹੋਇਆ ਹੈ ਸਕਸੈਸ਼ਨ ਦੀ ਵਾਰ ਦੇ ਵਿੱਚ ਉਹਨੂੰ ਕਿਵੇਂ ਸਪੋਰਟ ਕੋਈ ਕਰ ਸਕਦਾ ਹੈ। ਤਾਂ ਜਹਾਂਗੀਰ ਨੇ ਫਿਰ ਤੁਹਾਨੂੰ ਪਤਾ ਕਿ ਇਹਨਾਂ ਨੂੰ ਕਾਫੀ ਟੌਰਚਰ ਕੀਤਾ ਸੀਗਾ ਦਿੱਲੀ ਦੇ ਵਿੱਚ, ਤੱਤੀ ਤਵੀ ਤੇ ਬਿਠਾਇਆ ਐਂਡ ਅਨਫੋਰਚੂਨੇਟਲੀ ਉਹ ਸਾਰੀ ਚੀਜ਼ਾਂ ਹੁੰਦੀਆਂ। ਤਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ ਐਂਡ ਫਿਫਥ ਗੁਰੂ ਸੀਗੇ। ਇਹਨਾਂ ਦਾ ਹੋਰ ਸਭ ਤੋਂ ਇੰਪੋਰਟੈਂਟ ਕੰਟਰੀਬਿਊਸ਼ਨ ਇਹ ਰਿਹਾ ਹੈ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕੰਪਾਈਲ ਕੀਤਾ, ਫਿਫਥ ਗੁਰੂ ਨੂੰ, ਐਂਡ ਉਹ ਲਿਖਵਾਇਆ ਵੀ ਹੈ। ਭਾਈ ਗੁਰਦਾਸ ਜੀ ਓਰੀਜਨਲ ਸਕ੍ਰਿਬਰ ਸੀਗੇ ਗੁਰੂ ਗ੍ਰੰਥ ਸਾਹਿਬ ਦੇ, ਤਾਂ ਉਹ ਪੂਰਾ ਵੀ ਇਹਨਾਂ ਨੇ ਜੋ ਹੈ ਕਰਾਇਆ। ਬਾਬਾ ਬੁੱਢਾ ਜੀ ਇਹਨਾਂ ਦੇ ਟਾਈਮ ਤੇ ਵੀ ਸੀਗੇ। ਬਾਬਾ ਬੁੱਢਾ ਜੀ ਨੇ ਕੋਈ 5-6 ਗੁਰੂਜ਼ ਦੀ ਜਰਨੀ ਨੂੰ ਆਪਣੇ ਅੱਖਾਂ ਦੇ ਸਾਹਮਣੇ ਦੇਖਿਆ। ਹੀ ਵਾਸ ਦੀ ਓਲਡੈਸਟ ਮੈਨ, ਇਨਫੈਕਟ ਉਸ ਟਾਈਮ ਤੇ ਸਭ ਤੋਂ ਓਲਡੈਸਟ ਮੈਨ ਦੀ ਕੈਟਾਗਰੀ ਦੇ ਵਿੱਚ ਆਂਦਾ ਸੀਗਾ। ਤਾਂ ਹੈ ਨਾ ਬਾਬਾ ਬੁੱਢਾ ਜੀ ਵੀ ਇਹਨਾਂ ਦੇ ਟਾਈਮ ਤੇ ਦੇਖਣ ਨੂੰ ਮਿਲਦੇ ਆ। ਸੋ ਗੁਰੂ ਅਰਜਨ ਦੇਵ ਜੀ ਫਿਫਥ ਸਿੱਖ ਗੁਰੂ ਸੀ ਜਿਵੇਂ ਮੈਂ ਦੱਸਿਆ। ਐਂਡ ਇਹ ਗੁਰੂ ਰਾਮਦਾਸ ਜੀ ਦੇ ਬੇਟੇ ਸੀਗੇ, ਉਹਨਾਂ ਦੇ ਸਕਸੈਸਰ ਵੀ ਸੀਗੇ। ਐਂਡ ਇਹਨਾਂ ਨੇ ਹਰਮੰਦਰ ਸਾਹਿਬ ਨੂੰ ਕੰਪਲੀਟ ਕਰਵਾਇਆ, ਜੋ ਕਿ ਸਟਾਰਟ ਕਿਹਨੇ ਕੀਤਾ ਸੀਗਾ, ਗੁਰੂ ਅਮਰਦਾਸ ਜੀ ਨੇ ਸਟਾਰਟ ਕੀਤਾ, ਲੇਕਿਨ ਫਾਈਨਲੀ ਕੰਪਲੀਟ ਉਹਨਾਂ ਨੇ ਕਰਾਇਆ। ਐਂਡ ਜਿਵੇਂ ਮੈਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੋ ਕਿ ਹੋਲੀ ਬੁੱਕ ਹੈ ਉਹਨੂੰ ਵੀ ਉੱਥੇ ਹਰਮੰਦਰ ਸਾਹਿਬ ਦੇ ਵਿੱਚ, ਜਿਵੇਂ ਓਰੀਜਨਲ ਜਿਹੜੀ ਬੁੱਕ ਹੈਗੀ ਹੈ ਓਰੀਜਨਲ ਬੁੱਕ ਉੱਥੇ ਪਈ ਹੈ, ਤਾਂ ਉਹ ਗੁਰੂ ਗ੍ਰੰਥ ਸਾਹਿਬ ਜਿਹੜੀ ਓਰੀਜਨਲ ਹੈਗੀ ਹੈ ਉਹ ਉੱਥੇ ਮਿਲਦੀ ਆਪਾਂ ਨੂੰ। ਤਾਂ ਹੋਲੀ ਬੁੱਕ ਗੁਰੂ ਗ੍ਰੰਥ ਸਾਹਿਬ ਇਹਨਾਂ ਦੀ ਸਕ੍ਰਿਪਟ ਲਿਖੀ ਹੋਈ ਕਿਤਾਬ ਹੈ। ਐਂਡ
ਐਂਡ ਗੋਇੰਦਵਾਲ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ, ਲੇਕਿਨ ਅਨਫੋਰਚੂਨੇਟਲੀ ਲਾਹੌਰ ਪਾਕਿਸਤਾਨ ਦੇ ਵਿੱਚ ਇਹ ਜੋਤੀ ਜੋਤ ਸਮਾ ਜਾਂਦੇ ਹੈ। ਸਿਕਸਥ ਗੁਰੂ ਆਫ ਸਿੱਖੀਜ਼ਮ ਗੁਰੂ ਹਰਗੋਬਿੰਦ ਸਿੰਘ ਜੀ ਆਂਦੇ ਜੋ ਕਿ ਗੁਰੂ ਅਰਜਨ ਦੇਵ ਜੀ ਦੇ ਬੇਟੇ ਹੈ। ਐਂਡ ਜਿਵੇਂ ਤੁਹਾਨੂੰ ਪਤਾ ਹੈ ਕਿ ਜਦੋਂ ਵੀ ਕੋਈ ਸ਼ਹੀਦੀ ਹੁੰਦੀ ਹੈ, ਸ਼ਹਾਦਤ ਹੁੰਦੀ ਹੈ, ਜਦੋਂ ਵੀ ਕੋਈ ਪੋਲਿਟਿਕਸ ਹੈ ਨਾ, ਮਤਲਬ ਤੁਸੀਂ ਦੇਖੋ ਕਿ ਪੋਲਿਟਿਕਸ ਜਦੋਂ ਵੀ ਸਪਿਰਿਚੁਅਲਿਜ਼ਮ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਜਦੋਂ ਵੀ ਤਾਨਾਸ਼ਾਹ ਨੂੰ ਲੱਗਦਾ ਹੈ ਕਿ ਯਾਰ ਇਹ ਬੰਦਾ ਮੇਰੇ ਤੋਂ ਜ਼ਿਆਦਾ ਇਨਫਲੂਐਂਸ਼ੀਅਲ ਹੋ ਰਿਹਾ ਤੇ ਇਹਨੂੰ ਮੈਂ ਦਬਾ ਦਾਂ, ਤਾਂ ਅਲਟੀਮੇਟਲੀ ਰਸਤਾ ਚੱਕਣਾ ਪੈਂਦਾ ਹੈ ਕਿ ਆਪਾਂ ਥੋੜਾ ਜਿਹਾ ਮਿਲਟਰੀ ਵਾਲੀ ਸਾਈਡ ਵੀ ਜਾਈਏ। ਆਪਣੇ ਆਪ ਨੂੰ डिफेंड करना बड़ा जरूरी है। अगर तुसी अपने को डिफेंड करोगे ਤਾਂ ਹੀ ਤੁਸੀਂ स्पिरिचुअलिज्म ਨੂੰ ਪ੍ਰੈਕਟਿਸ ਕਰ ਸਕਦੇ ਹੋ। तो अल्टीमेटली ਜਿਹੜੇ ਆਪਣੇ ਗੁਰੂ ਹਰਗੋਬਿੰਦ ਸਿੰਘ ਜੀ ਸੀ ਉਹਨਾਂ ਨੇ ਕਿਹਾ ਕਿ स्पिरिचुअलिज्म ਦੇ ਨਾਲ डिफेंस ਤੇ पॉलिटिक्स ਦੇ ਵਿੱਚ ਵੀ ਗੁਰੂ ਸਿੱਖ ਰਿਲੀਜਨ ਨੂੰ ਆਣਾ ਪਊਗਾ ਅਲਟੀਮੇਟਲੀ ਆਪਣੇ ਆਪ ਨੂੰ ਸੇਵ ਕਰਨ ਵਾਸਤੇ। ਇਸ ਕਰਕੇ ਇਹਨਾਂ ਨੇ ਬੜਾ ਇੰਟਰਸਟਿੰਗ ਕਨਸੈਪਟ ਲੈ ਕੇ ਆਏ ਜਿਹਨੂੰ ਮੀਰੀ ਪੀਰੀ ਕਹਿੰਦੇ ਸੀ। ਮੀਰੀ ਪੀਰੀ ਦਾ ਬੇਸਿਕ ਮਤਲਬ ਹੈ ਕਿ ਮੀਰੀ ਦਾ ਮਤਲਬ ਹੁੰਦਾ ਹੈ ਕਿ ਤੁਸੀਂ डिफेंस पॉलिटिक्स ਸੋਵਰੇਨਿਟੀ इदा दी डिस्कशनस भी करोगे एंड नाल पीरी मतलब स्पिरिचुअलिज्म। एंड कहने का सिंपल लॉजिक है कि जब तक सेफ्टी है, सिक्योरिटी है, डिफेंस है, उदों तक ही स्पिरिचुअलिज्म है। अगर कोई बाहर तुहानू मारन ते तुलिया होया है तो तुसी अंदरली चीज़ां नू किवें समझण दी कोशिश करोगे जब तक तुसी आप ही सेफ नहीं फील करते इंटरनली एज वेल एज एक्सटर्नली। तो गुरु हरगोबिंद सिंह जी ने थोड़ा थोड़ा मिलिट्री दा आइडिया, थोड़ा थोड़ा पॉलिटिक्स दा आइडिया जिहड़ा है सिख रिलीजन दे विच इंट्रोड्यूस करन दी जो है इंट्रोड्यूस किया। इनफैक्ट तुसी देखिया अगर तुसी गोल्डन टैंपल गए हो तो उत्थे अकाल तख्त क्रिएट किया गया जो कि एक टाइप का टैंपोरल एक्टिविटीज़ लिए बनाया गया। एंड जस्ट गोल्डन टैंपल के बिल्कुल राइट साइड के उपर तुहानू दो खंडा साहिब दिखते हैं, एक मीरी नू सिग्नीफाई करता है तो एक जो है पीरी नू सिग्नीफाई करता है। तो ये सारा चीज़ां हुई। जहांगीर नू जदों ये चीज़ां देखियां कि बई ये तो मतलब बिल्कुल स्टेट विद इन अ स्टेट बनाने की कोशिश कर रहे हैं एंड सॉवरेनिटी नू चैलेंज किया जा रहा है मुगल सल्तनत की, तो जहांगीर ने गुरु हरगोबिंद सिंह जी नू जो है वो कैप्चर किया एंड इन्होंने बंदी भी बनाया ग्वालियर के फोर्ट दे विच। एंड शायद तुसीं सुनिया होगा कि दिवाली वाले दिन इन्होंने उत्थे मतलब इन्हों छड्या गया, तो जो इन्हों छड्या तो उत्थे जिन्ने भी राजे सी वो सारे राजिਆਂ ਨਾਲ मतलब राजे इन्हों के नाल मिल के एंड उन्होंने सारे राजिਆਂ ਨੂੰ छड़ा लिया, जिन्हों बड़ा फेमस दिवाली वाले दिन आप बंदी छोड़ दिवस सैलीब्रेट करते हैं सिख रिलीजन दे विच। तो ये इन्हों का छोटा जिहा इतिहास है जो कि बहुत ही इंपॉर्टेंट इतिहास है अपने पंजाब लई, अपने सिख रिलीजन लई। तो आप थोड़ा जिहा इन्हां बारे पढ़ लैंदे हैं। तो सिक्स्थ गुरु सीगे, इन्होंने अकाल तख्त बनाया जिवें मैं दस्सिया ही। अकाल तख्त इज लाइक द थ्रोन ऑफ द इमॉर्टल, बड़ा इंटरेस्टिंग है, इट्स द थ्रोन ऑफ द इमॉर्टल। एंड इनू सिख टैंपोरल अथॉरिटी मतलब टैंपोरल मतलब पॉलिटिक्स टैंपोरल अथॉरिटी का सेंटर डिक्लेयर किया गया अकाल तख्त। एंड एक गुरु बहुत ही यंग एज बने जो इन्होंने फादर साहब जी शहीदों के सरताज गुरु अर्जन देव जी ने एग्जीक्यूट किया मुगल एंपरर जहांगीर ने। इन्हों का जन्म अमृतसर के होंदा है एंड अनफॉर्चुनेटली किरतपुर साहिब जिथे इन्हों का मेन एरिया रहा उत्थे इन्हां दी ज्योति जोत समाए। इन्होंने बड़ियां जंगा मुगलों नाल लड़ियां, इन्होंने लोहगढ़ का फोर्ट क्रिएट कराया किरतपुर साहिब दे विच। सो ये बहुत ही इंपॉर्टेंट सिख गुरु रहे है सिक्स्थ गुरु हरगोबिंद सिंह जी। तो सैवंथ गुरु आए गुरु हर राय जी, इन्होंने जान तो बाद सैवंथ गुरु हर राय जी सैवंथ सिख गुरु सी। एंड ये इन्होंने अपने प्रीडिसेसर्स के मिशन को कंटिन्यू किया। ये बहुत ही यंग एज के ही सिख लीडर बन गए सी एट द एज ऑफ 14 ईयर्स। एंड जो इन्हों के ग्रैंड फादर एंड सिक्स्थ सिक्स लीडर गुरु हरगोबिंद सिंह जी की ज्योति जोत समा जाते हैं। बेसिकली की होया गुरु हरगोबिंद सिंह जी के जान तो बाद उन्होंने पोते ने जिहड़ा है गुरु हरगोबिंद सिंह जी दे जिहड़े पोते गुरु हर राय जी उन्होंने गद्दी जिहड़ी गुरगद्दी संभाली। इन्होंने सिखा नूं ऑलमोस्ट 17-18 साल लिए गाइड किया। एंड अनफॉर्चुनेटली ज्योति जोत समाए एट द एज ऑफ 31, अगेन बॉर्न इन किरतपुर साहब एंड ज्योति जोत समाए रोपड़ रूपनगर दे विच। 8th गुरु हरकृष्ण जी सीगे, ही वॉज अ चाइल्ड गुरु। एंड तुसीं देखो कि एट द एज ऑफ जस्ट मतलब बहुत ही छोटी उम्र दे विच ही जस्ट एट द एज ऑफ 5 साल दे सीगे जदों ये गुरु मतलब गुरुशिप नूं अज्यूम करते हैं। लेकिन यह की हो रहा सीगा कि दिल्ली दे विच स्मॉल पॉक्स फैलिया होया सीगा इन्नी छोटी उम्र। तो तुसीं इमेजिन करके देखो यार कि तुसी 7-8 साल दे हो एंड तुसी 8 साल दे हो ते तुसी किते कोई बहुत बड़ा कोई बीमारी फैली हुई है एंड तुसी उस बीमारी दे विच जिहड़े लोग प्रताड़ित है, जिहड़े लोग ऑप्रेस्ड है, जिहड़े लोग डिस्टर्ब्ड है उस बीमारी दे विच, तुसी इन्नी छोटी उम्र च जाके उन्हां दी देखभाल कर रहे हो। तो अल्टीमेटली मैनू लगता है कि दिस इज वन ऑफ द वेरी मतलब ब्रेव
टास्क डन बाय जस्ट 8 ईयर ओल्ड है ना somebody। तो ਇਹ ਕਰਕੇ ਇਹ ਗੁਰੂ ਜੀ ਦਾ ਬਹੁਤ ਰਿਸਪੈਕਟ ਆਉਂਦੀ ਹੈ ਦਿਲੋਂ। तो ਇਹ ਸਿਰਫ 5 ਸਾਲ ਦੇ ਸੀ ਜਦੋਂ ਗੁਰੂਸ਼ਿਪ ਇਹਨਾਂ ਨੇ ਅਜ਼ਿਊਮ ਕੀਤੀ ਐਂਡ ਸਮਾਲ ਪੌਕਸ ਫੈਲਿਆ ਹੋਇਆ ਸੀ ਜਿਹਨੂੰ ਆਪਾਂ ਚਿੱਚੜ ਦੀ ਬਿਮਾਰੀ ਜੀ ਕਹਿ ਦਿੰਦੇ ਆ ਹੈ ਨਾ ਕਿ ਬਈ ਉਹ ਸਮਾਲ ਪੌਕਸ ਹੋ ਗਿਆ ਸੀਗਾ। तो ਅਲਟੀਮੇਟਲੀ ਉਹ ਸਾਰਾ ਸਮਾਲ ਪੌਕਸ ਦਿੱਲੀ ਦੇ ਵਿੱਚ ਹੋਇਆ ਸੀ ਐਂਡ ਇਹਨਾਂ ਨੇ ਉੱਥੇ ਵਿਚਾਰਿਆਂ ਨੇ ਲੋਕਾਂ ਨੂੰ ਮੈਨੇਜ ਕੀਤਾ ਬਟ ਅਨਫੋਰਚੂਨੇਟਲੀ ਇਹਨਾਂ ਨੂੰ ਖੁਦ ਨੂੰ ਸਮਾਲ ਪੌਕਸ ਹੋ ਗਿਆ ਐਂਡ ਹੀ ਪਾਸ ਮਤਲਬ ਜੋਤੀ ਜੋਤ ਸਮਾ ਗਏ ਇਹ ਹੈ ਨਾ ਦਿੱਲੀ ਦੇ ਵਿੱਚ। ਸੋ ਕੀਰਤਪੁਰ ਸਾਹਿਬ ਦੇ ਵਿੱਚ ਇਹ ਇਹਨਾਂ ਦਾ ਜਨਮ ਹੁੰਦਾ ਹੈ ਐਂਡ ਦਿੱਲੀ ਦੇ ਵਿੱਚ ਇਹ ਜੋਤੀ ਜੋਤ ਸਮਾਉਂਦੇ। ਲੇਕਿਨ ਜਾਣ ਤੋਂ ਪਹਿਲਾਂ ਇੱਕ ਬਹੁਤ ਇੰਟਰਸਟਿੰਗ ਗੱਲ ਕਰ ਦਿੰਦੇ ਕਿ ਜਿਹੜੇ 9ਵੇਂ ਗੁਰੂ ਹੋਣਗੇ ਹੈ ਨਾ ਉਹ ਤੁਹਾਨੂੰ ਜੋ ਹੈ ਲੱਭਣੇ ਪੈਣੇ ਆ ਐਂਡ ਇਹਨਾਂ ਨੇ ਇੱਕ ਸਟੋਰੀ ਜੀ ਦੱਸਤੀ ਤੇ ਉਹ ਸਟੋਰੀ ਦੇ ਬੇਸਿਸ ਦੇ ਉੱਪਰ ਤੁਹਾਨੂੰ ਇਹ ਜੋ ਹੈ ਲੱਭਣਾ ਪਊਗਾ। ਤੇ ਜਿਹੜੇ 9ਵੇਂ ਗੁਰੂ ਸੀ ਉਹ ਮੈਂ ਬੜਾ ਇੰਟਰਸਟਿੰਗ ਦੱਸਦਾ ਕਿ ਉਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਬੇਟੇ ਸੀਗੇ। तो ਗੁਰੂ ਹਰਗੋਬਿੰਦ ਜੀ ਜੋ 6th ਗੁਰੂ ਸੀਗੇ ਉਹਨਾਂ ਦੇ ਯੰਗੈਸਟ ਸਨ ਸੀਗੇ ਐਂਡ ਇਹਨਾਂ ਦਾ ਨਾਮ ਗੁਰੂ ਤੇਗ ਬਹਾਦਰ ਜੀ ਹੈ ਐਂਡ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਫੇਮਸਲੀ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ 1675 ਦੇ ਵਿੱਚ ਜਦੋਂ ਮੁਗਲ ਸਲਤਨਤ ਦਾ ਰਾਜ ਸੀਗਾ ਸਪੈਸ਼ਲੀ ਜਦੋਂ ਔਰੰਗਜ਼ੇਬ ਦਾ ਰਾਜ ਸੀਗਾ ਉਸ ਟਾਈਮ ਤੇ ਔਰੰਗਜ਼ੇਬ ਬਹੁਤ ਜ਼ਿਆਦਾ ਕਸ਼ਮੀਰੀ ਪੰਡਤਾਂ ਨੂੰ ਡਿਸਟਰਬ ਕਰ ਰਿਹਾ ਸੀ ਕਸ਼ਮੀਰੀ ਪੰਡਤਾਂ ਨੂੰ ਕਨਵਰਜਨ ਕਰਾ ਰਿਹਾ ਸੀ। ਉੱਥੇ ਕਸ਼ਮੀਰ ਦੇ ਵਿੱਚ ਇਹਨੇ ਆਪਦਾ ਇੱਕ ਗਵਰਨਰ ਲਗਾਤਾ ਸੀ ਜੋ ਜ਼ਬਰਦਸਤੀ ਕਸ਼ਮੀਰੀ ਪੰਡਤਸ ਨੂੰ ਜੋ ਹੈ ਕਨਵਰਟ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। तो ਸਾਰੇ ਕਸ਼ਮੀਰੀ ਪੰਡਤ ਦਾ ਜੱਥਾ ਇੱਕ ਗੁਰੂ ਤੇਗ ਬਹਾਦਰ ਜੀ ਕੋਲ ਵਿਜ਼ਿਟ ਕਰਦਾ ਹੈ। ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਕਹਿੰਦੇ ਆ ਕਿ ਬਈ ਮੈਂ ਤੁਹਾਨੂੰ ਡਿਫੈਂਡ ਕਰੂੰਗਾ ਮੈਂ ਇਹ ਗੱਲ ਔਰੰਗਜ਼ੇਬ ਨੂੰ ਭੇਜਦਾ ਹੈ ਕਿ ਅਗਰ ਤੁਸੀਂ ਮੈਨੂੰ ਕਨਵਰਟ ਕਰਕੇ ਦਿਖਾਤਾ ਤਾਂ ਮੈਂ ਇਹਨਾਂ ਸਾਰਿਆਂ ਨੂੰ ਕਨਵਰਟ ਕਰਾ ਦੂੰਗਾ। तो ਇਹ ਚੈਲੰਜ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ ਸੀ। तो ਅਲਟੀਮੇਟਲੀ ਇਸ ਚੈਲੰਜ ਦੇ ਵਿੱਚ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਐਂਡ ਇਵੈਂਚੁਅਲੀ ਦ ਹਿਸਟਰੀ ਇਜ਼ ਕਿ ਵਿਚਾਰਿਆਂ ਦਾ ਸਿਰ ਜਿਹੜਾ ਹੈ ਉਹ ਅਲੱਗ ਕਰਤਾ ਸੀ। ਅਗੇਨ ਇਟਸ ਅ ਵੈਰੀ ਅਨਫੋਰਚੂਨੇਟ ਪਾਰਟ ਆਫ ਦ ਹਿਸਟਰੀ ਆਫ ਸਿੱਖ ਰਿਲੀਜਨ ਕਿ ਇਹਨਾਂ ਨਾਲ ਇਹ ਹੋਇਆ। ਇਨਫੈਕਟ ਇਹਨਾਂ ਦੇ 2 ਸਪੋਰਟਰਸ ਵੀ ਨਾਲ ਗਏ ਸੀ ਉਹਨਾਂ ਨੂੰ ਵੀ ਮਤਲਬ ਇਦਾਂ ਹੀ ਉਹਨਾਂ ਦਾ ਵੀ ਸੀਸ ਅਲੱਗ ਕਰਤਾ ਸੀ। ਤੇ ਜਦੋਂ ਇਹਨਾਂ ਦਾ ਸੀਸ ਅਲੱਗ ਕੀਤਾ ਤਾਂ ਅਲਟੀਮੇਟਲੀ ਜਦੋਂ ਇਹਨਾਂ ਨੇ ਅਨੰਦਪੁਰ ਸਾਹਿਬ ਕ੍ਰੀਏਟ ਕਰਾਇਆ ਵਿਚ ਇਜ਼ ਵੈਰੀ ਇੰਪੋਰਟੈਂਟ ਸਿਟੀ ਆਫ ਸਿੱਖ ਰਿਲੀਜਨ। ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮੁਹੱਲਾ ਦਾ ਫੈਸਟੀਵਲ ਰਾਈਟ ਨਾਓ ਚੱਲ ਰਿਹਾ ਹੈ। तो ਇਹਨਾਂ ਦੇ ਛੋਟੇ ਬੇਟੇ ਇਹਨਾਂ ਦੇ ਬੇਟੇ ਸੀਗੇ ਗੁਰੂ ਗੋਬਿੰਦ ਸਿੰਘ ਜੀ। तो ਉਹਨਾਂ ਨੂੰ ਬਹੁਤ ਹੀ ਯੰਗ ਏਜ ਦੇ ਵਿੱਚ ਆਪਣੇ ਫਾਦਰ ਦੀ ਜਿਹੜੇ ਸਿਰ ਜਿਹੜਾ ਸੀਗਾ ਉਹ ਗਿਫਟ ਦਿੱਤਾ ਗਿਆ। तो ਅਲਟੀਮੇਟਲੀ ਮੈਂ ਸਮਝਦਾ ਕਿ ਗੁਰੂ ਗੋਬਿੰਦ ਸਿੰਘ ਜੀ ਐਟ ਸੱਚ ਯੰਗ ਏਜ ਨੇ ਇੱਦਾਂ ਕੁਝ ਦੇਖ ਲਿਆ ਸੀਗਾ ਜੋ ਆਪਾਂ ਇੰਨੇ ਵੱਡੇ ਹੋ ਕੇ ਵੀ ਜੋ ਹੈ ਨਹੀਂ ਦੇਖ ਸਕਦੇ। ਜਿਵੇਂ ਮੈਂ ਦੱਸਿਆ ਕਿ and he was beheaded in 1675. He was born in Amritsar and definitely was the youngest son of Guru Hargobind Singh Ji 6th Guru and ਇਹਨਾਂ ਦੀ ਚਾਂਦਨੀ ਚੌਂਕ ਦਿੱਲੀ ਦੇ ਵਿੱਚ ਇਹ ਸ਼ਹੀਦ ਹੁੰਦੇ ਆ। ਉਸ ਤੋਂ ਬਾਅਦ 10th ਗੁਰੂ ਗੁਰੂ ਗੋਬਿੰਦ ਸਿੰਘ ਜੀ ਹੈ। ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਗੁਰੂ ਮਹਾਰਾਜ ਬਾਰੇ ਤਾਂ ਜੋ ਗੱਲਾਂ ਕਹੀਆਂ ਜਾਣ ਸਭ है ना मतलब बहुत घट है बिकॉज लैजेंड सी हीरो सी लर्नर सी एंड डेफिनेटली बहुत इन्होंने लैंग्वेजेस आंदियां सी बड़े स्वॉट स्किल सीखे हुए सी एंड इनफैक्ट हर चीज़ का इन्होंने मतलब पूरी इन डेप्थ नॉलेज सी। आप जिवें कई बार कह दें कई लोगों को बहुत चीज़ों बारे थोड़ा थोड़ा पता होंगे कई लोगों को एक चीज़ बारे बहुत पता होंगे लेकिन मतलब गुरु साहब बारे तो यही है कि उन्होंने हर चीज़ बारे हर चीज़ की नॉलेज सी। सो ये एक बहुत ही मतलब हीरोइक फिगर रहे है not just for Sikh religion but for the world as such for the humanity as such। सब कुछ ही इन्होंने दान करता सरबंस दानी आप कहने हैं इन्होंने अपनी फैमिली दान करती इन्होंने अपने फादर साहब दी बलिदान दिता इन्नी छोटी उम्र दे विच इन्नी चीज़ां देखनियां अपनी फैमिली नूं जांदे देखना। तो ये एक वन ऑफ द ही वाज मतलब इमोशनली वेरी मच मतलब आई एम ऑल्सो वेरी कनेक्टेड टू हिम। तो ये बहुत ही ज़्यादा स्ट्रॉन्ग पर्सनैलिटी रहे है। 10th एंड 6th लास्ट गुरु सीगे एंड लास्ट गुरु जिन्हों ने खालसा की स्थापना की 1699 ਦੇ ਵਿੱਚ ਜਦੋਂ ਤੁਹਾਨੂੰ ਪਤਾ ਹੈ ਕਿ हर जगह तो कोई ना कोई अटैक हो रहा सी। नॉर्थ साइड तो तुसीं देखो कि ਜਿਹੜੇ हिंदू राजे सीगे पहाड़ी राजे सी ਇਹ नहीं चाहते सीगे कि ਇੱਥੇ ਕੋਈ सिख अपनी कोई स्टेट क्रिएट करे। साउथ ਦੇ ਵਿੱਚੋਂ ਜਿਹੜੇ मुगल सीगे ਉਹ नहीं चाहते सी मुगल से गवर्नर्स वजीर खान वर्गे ਇਹ नहीं चाहते सी। तो हर पासों ਇਹਨਾਂ ਨੂੰ अटैक ਹੁੰਦਾ ਮਿਲਿਆ। तो इवेंचुअली उस पूरे प्रोसैस ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਆਪਣੀ ਰਿਲੀਜਨ ਦੀ ਸੇਫਟੀ ਦੇ ਪਰਪਸ ਨਾਲ ਕਮਿਊਨਿਟੀ ਦੀ ਸੇਫਟੀ ਦੇ ਪਰਪਸ ਨਾਲ ਇਹਨਾਂ ਨੇ ਕਿਹਾ कि असी एक खालसा क्रिएट करांगे विच इज़ अ डिसिप्लिन मिलिटरी ऑर्डर ऑफ सिख सेंट्स कॉल्ड खालसा। ये विच कोई कास्ट नहीं होगी कोई जात पात नहीं होगी जस्ट गुरु सच्चे गुरु दे सच्चे फॉलोअर्स जिहड़े होणगे ओह इहदे मैंबर्स बनणगे। एंड इनफैक्ट एक बहुत वड्डा इवेंट कराया गया
ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ 5 ਪਿਆਰੇ ਜਿਹੜੇ ਇਹਨਾਂ ਨੇ ਚੂਜ਼ ਕੀਤੇ, ਤਾਂ ਉਹ ਪੂਰਾ ਪ੍ਰੋਸੈਸ ਚੱਲਿਆ। ਇਹਨਾਂ ਨੇ 5 ਸਿੰਬਲਸ ਆਫ ਸਿੱਖੀਜ਼ਮ ਜੋ ਹਰ ਇੱਕ ਸਿੱਖ ਦੀ ਆਇਡੈਂਟੀਟੀ ਬਣੂਗੀ ਆਉਣ ਵਾਲੇ ਟਾਈਮ ਦੇ ਵਿੱਚ, ਉਹ ਇਹਨਾਂ ਨੇ ਕ੍ਰੀਏਟ ਕੀਤੇ, ਜਿਹਦੇ ਵਿੱਚ ਆਪਣੇ ਕੋਲੇ ਕੇਸ਼, ਕੰਗਾ, ਕੜਾ, ਕੱਛਾ ਐਂਡ ਕਿਰਪਾਨ, ਇਹ 5 ਕੇ ਜਿਹੜੇ ਹੈਗੇ ਉਹ ਸਿੱਖ ਦੇ ਆਇਡੈਂਟੀਟੀ ਬਣਦੇ। ਸੋ ਆਇਡੈਂਟੀਟੀ ਬਹੁਤ ਜ਼ਰੂਰੀ ਹੁੰਦੀ ਹੈ, ਕਿਉਂਕਿ ਅਲਟੀਮੇਟਲੀ ਕੀ ਹੋ ਰਿਹਾ ਸੀਗਾ ਕਿ ਆਇਡੈਂਟੀਟੀ ਨੂੰ ਖਤਮ ਕਰਨ ਦਾ ਕੋਸ਼ਿਸ਼ ਚੱਲ ਰਹੀ ਸੀਗੀ ਕਿ ਬਈ ਇਹਨਾਂ ਨੂੰ ਕਨਵਰਟ ਕਰ ਦਿੰਦੇ, ਇਹਨਾਂ ਨੂੰ ਹਿੰਦੂ ਬਣਾ ਦਿੰਦੇ, ਇਹਨਾਂ ਨੂੰ ਮੁਸਲਮਾਨ ਬਣਾ ਦਿੰਦੇ ਆ। ਸਵਾਲ ਵੀ ਪੁੱਛੇ ਜਾਂਦੇ ਸੀ ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਤੁਸੀਂ ਕੀ ਹੋ? ਤਾਂ ਅਲਟੀਮੇਟਲੀ ਇਦਾਂ ਸਾਰੇ ਕੁਐਸਚਨਸ ਦਾ ਆਨਸਰ ਦੇਣ ਵਾਸਤੇ ਬੜਾ ਜ਼ਰੂਰੀ ਸੀਗਾ ਕਿ ਇੱਕ ਆਇਡੈਂਟੀਟੀ ਕ੍ਰੀਏਟ ਹੋਣੀ ਚਾਹੀਦੀ ਹੈ, ਇੱਕ ਡਿਸਟਿੰਕਟ ਆਇਡੈਂਟੀਟੀ ਕ੍ਰੀਏਟ ਹੋਣੀ ਚਾਹੀਦੀ ਹੈ ਸਿੱਖ ਰਿਲੀਜਨ ਦੇ ਜਿਹੜੇ ਮੈਂਬਰਸ ਹੈਗੇ ਆ। ਤਾਂ ਉਹ ਆਇਡੈਂਟੀਟੀ ਇਹਨਾਂ ਨੇ ਦਿੱਤੀ ਐਂਡ ਅਲਟੀਮੇਟਲੀ ਇਹਨਾਂ ਦਾ ਜਨਮ ਪਟਨਾ ਸਿਟੀ ਦੇ ਵਿੱਚ ਹੁੰਦਾ ਹੈ। ਮੈਂ ਥੋੜਾ ਦੱਸਦਾ ਤਾਂ ਗੁਰੂ ਤੇਗ ਬਹਾਦਰ ਜੀ ਜਰਨੀ ਦੇ ਵਿੱਚ ਈਸਟਰਨ ਵਾਲੀ ਸਾਈਡ ਚਲੇ ਗਏ ਸੀਗੇ। ਜਦੋਂ ਵਾਪਸ ਆ ਰਹੇ ਸੀਗੇ ਤਾਂ ਉਹਨਾਂ ਨੇ ਪਟਨਾ ਮਤਲਬ ਜਾਂਦੇ ਹੋਏ ਪਟਨਾ ਸਾਹਿਬ ਦੇ ਵਿੱਚ ਉਹ ਸਟੇ ਕੀਤਾ ਸੀਗਾ ਐਂਡ ਦੈਨ ਹੀ ਵੈਂਟ ਟੂ ਅਸਾਮ, ਕਾਮਰੂਪ ਤੱਕ ਗਏ ਐਂਡ ਉਦੋਂ ਉਹਨਾਂ ਨੂੰ ਖਬਰ ਮਿਲੀ ਕਿ ਬਈ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਤਾਂ ਗੋਬਿੰਦ ਰਾਏ ਇਹਨਾਂ ਨੇ ਨਾਮ ਰੱਖਿਆ ਸੀਗਾ, ਜੋ ਕਿ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਇਨਸਪਾਇਰਡ ਸੀ, ਜੋ 6th ਗੁਰੂ ਸੀਗੇ, ਜਿਨ੍ਹਾਂ ਨੇ ਮੀਰੀ ਪੀਰੀ ਤੇ ਅਕਾਲ ਤਖਤ ਦਾ ਆਈਡੀਆ ਦਿੱਤਾ। ਐਂਡ ਅਨਫੋਰਚੂਨੇਟਲੀ ਇਹਨਾਂ ਨੂੰ ਵੀ ਵਜ਼ੀਰ ਖਾਨ ਵੱਲੋਂ ਭੇਜਿਆ ਹੋਇਆ ਇੱਕ ਮਰਸਨਰੀ ਸੀਗਾ ਬੰਦਾ, ਪਠਾਨ ਸੀਗਾ, ਉਹ ਇਹ ਨਾਂਦੇੜ ਸਾਹਿਬ ਦੇ ਵਿੱਚ ਸੀਗੇ ਉਸ ਟਾਈਮ ਤੇ। ਸਾਰੀ ਜੰਗਾਂ ਲੜ ਕੇ ਨਾਂਦੇੜ ਸਾਹਿਬ ਚਲੇ ਗਏ ਸੀ ਐਂਡ ਉੱਥੇ ਸੀਗੇ, ਤਾਂ ਉੱਥੇ ਇੱਕ ਸਪੈਸ਼ਲ ਬੰਦਾ ਭੇਜਿਆ ਗਿਆ ਅਸੈਸੀਨੇਟ ਕਰਨ ਵਾਸਤੇ। ਸੋ ਅਨਫੋਰਚੂਨੇਟਲੀ ਜੋਤੀ ਜੋਤ ਸਮਾਏ ਔਨ 7th of October 1708 ਐਟ ਨਾਂਦੇੜ ਸਾਹਿਬ, ਜਿਹੜਾ ਕਿ ਵਨ ਆਫ ਦਾ ਵੈਰੀ ਇੰਪੋਰਟੈਂਟ ਰੀਜਨਲ ਕੋਰਟ ਹੈਗਾ, ਕਹਿ ਲਓ ਹਾਈ ਕੋਰਟ ਕਹਿ ਲਓ, ਹੈ ਨਾ, ਸਿੱਖ ਰਿਲੀਜਨ ਦਾ ਨਾਂਦੇੜ ਸਾਹਿਬ। ਤੋਂ 5 ਤਖਤ ਹੈ ਆਪਣੇ ਕੋਲੇ। ਸੋ ਵੀ ਹੈਵ 5 ਤਖਤ, ਹੈ ਨਾ, ਜਿਹਦੇ ਵਿੱਚ ਆਪਣੇ ਕੋਲੇ ਪਹਿਲਾ ਤਖਤ ਆ ਜਾਂਦਾ ਹੈ ਜੋ ਕਿ ਅਕਾਲ ਤਖਤ ਹੈ, ਜੋ ਆਪਣੇ ਅੰਮ੍ਰਿਤਸਰ 'ਚ ਲੋਕੇਟਡ ਹੈ। ਫਿਰ ਉਸ ਤੋਂ ਬਾਅਦ ਪਟਨਾ ਸਾਹਿਬ, ਨਾਂਦੇੜ ਸਾਹਿਬ, ਦਮਦਮਾ ਸਾਹਿਬ ਐਂਡ ਅਨੰਦਪੁਰ ਸਾਹਿਬ, ਇਹ 4 ਤਖਤ ਹੋ ਹੈਗੇ। ਸੋ ਟੋਟਲ 5 ਤਖਤ ਹੈਗੇ ਆ। ਇਹਨਾਂ ਨੇ ਜਾਂਦੇ ਇਹ ਕਹਿਤਾ ਸੀਗਾ ਕਿ ਹੁਣ ਲਿਵਿੰਗ ਗੁਰੂਜ਼ ਦਾ ਆਈਡੀਆ ਥੋੜਾ ਜਿਹਾ ਖਤਮ ਹੋ ਜਾਏਗਾ, तो एक एटर्नल गुरु क्रिएट किया जाऊगा एंड वो एटर्नल गुरु कोई नहीं है, तो गुरु ग्रंथ साहिब है एटर्नल गुरु, जो कि 11th गुरु ऑफ सिखिज्म होंगे। 9 गुरुज ਜਿਹੜੇ ਸੀਗੇ जिन्हों ने गुरु नानक देव जी तो बाद एंड देयर इज़ नो लिविंग ह्यूमन सक्सेसर, बट गुरु ग्रंथ साहिब इज़ नाउ कंसिडर्ड एज द एटर्नल गुरु ऑफ ऑल द सिक्स। ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ 5 ਗੁਰੂਆਂ ਦੀ ਬਾਣੀ ਦੇ ਨਾਲ 9ਵੇਂ ਗੁਰੂ ਜਿਹੜੇ ਗੁਰੂ ਤੇਗ ਬਹਾਦਰ ਜੀ ਹੈ, ਉਹਨਾਂ ਦੀ ਵੀ ਬਾਣੀ ਇਹਦੇ ਵਿੱਚ ਹੈ। ਤਾਂ ਆਪਣੇ ਕੋਲੇ 6 ਗੁਰੂਆਂ ਦੀ ਟੋਟਲ ਬਾਣੀ ਇਹਦੇ ਵਿੱਚ ਮਿਲਦੀ ਹੈ। ਭਾਈ ਗੁਰਦਾਸ ਜੀ ਇਹਦੇ ਓਰੀਜਨਲ ਸਕ੍ਰਿਬਰ ਰਹੇ ਹੈ, ਲੇਕਿਨ ਜਦੋਂ 9th ਗੁਰੂ ਦੀ ਬਾਣੀ ਲਿਖਵਾਣੀ ਸੀ ਤਾਂ ਭਾਈ ਮਨੀ ਸਿੰਘ ਜੀ ਨੂੰ ਜੋ ਹੈ ਉਹ ਅਪਾਇੰਟ ਕੀਤਾ ਗਿਆ ਟੂ ਰਾਈਟ ਦਿਸ ਬਾਣੀ ਇਨ ਦਿਸ। ਇਸ ਤੋਂ ਇਲਾਵਾ ਕੱਲੇ ਗੁਰੂਆਂ ਦੀ ਬਾਣੀ ਨਹੀਂ ਹੈ, ਈਵਨ ਕਬੀਰ, ਹੋਰ ਵੀ ਇਦਾਂ ਦੇ ਬੜੇ, ਸ਼ੇਖ ਫਰੀਦ, ਇਦਾਂ ਦੇ ਬੜੇ ਇੰਪੋਰਟੈਂਟ ਉਸ ਟਾਈਮ ਦੇ ਸਕਾਲਰਸ ਹੈਗੇ ਜਿਨ੍ਹਾਂ ਨੇ ਇਸ ਪਾਰਟਿਕੂਲਰ ਦੇ ਵਿੱਚ ਕੰਟਰੀਬਿਊਟ ਕੀਤਾ ਹੈ। ਦੇਅਰਫੋਰ ਦ ਸਿੱਖ ਹੋਲੀ ਬੁੱਕ ਕੈਨ ਬੀ ਕੰਸੀਡਰਡ ਐਜ਼ ਅ ਵੈਰੀ ਯੂਨੀਕ ਐਗਜ਼ਾਮਪਲ of ecumenial spirit of the Sikh faith. So it's like absorbing the diversity, absorbing the diverse opinions of different people. So spiritualism ਵੱਲ ਬਹੁਤ ਜ਼ਿਆਦਾ ਜਿਹੜਾ ਫੋਕਸ ਰਹਿੰਦਾ ਹੈ। ਸਿੱਖ ਇੰਸਟੀਟਿਊਸ਼ਨਸ, ਜਿਵੇਂ ਮੈਂ ਦੱਸਿਆ ਕਿ ਸਿੱਖ ਇੰਸਟੀਟਿਊਸ਼ਨਸ ਦੇ ਵਿੱਚ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਹੋਲੀ ਬੁੱਕ ਹੋ ਗਈ ਐਂਡ ਇਟਰਨਲ ਗੁਰੂ ਆਫ ਸਿੱਖ ਹੋ ਗਏ ਐਂਡ ਇਹ ਸਾਰੇ ਤਖਤ मतलब सिख इंस्टीट्यूशन च तख्त आ जाते हैं ਜਿਹੜੇ बेसिकली सब तो इंपॉर्टेंट प्लेसिस आ ਜਾਂਦੀਆਂ एंड 5 तख्त अपने सिख रिलीजन ਦੇ ਵਿੱਚ ਦੇਖਣ ਨੂੰ ਮਿਲਦੇ ਆ। सो वी हैव 5 तख्त ਕਿਹੜੇ ਹੈ। 5 तख्त ਅਕਾਲ ਤਖਤ ਸਾਹਿਬ, ਜਿਹੜਾ ਤੁਹਾਨੂੰ ਪਤਾ ਕਿੱਥੇ ਲੋਕੇਟਡ ਹੈ, ਗੋਲਡਨ ਟੈਂਪਲ ਦੇ ਵਿੱਚ ਲੋਕੇਟਡ ਹੈ। ਜਸਟ ਗੋਲਡਨ ਟੈਂਪਲ ਦੇ ਜਸਟ ਸਾਹਮਣੇ ਤੁਸੀਂ ਅਕਾਲ ਤਖਤ ਸਾਹਿਬ ਨੂੰ ਦੇਖ ਸਕਦੇ ਹੋ। ਇਸ ਤੋਂ ਬਾਅਦ ਇਹ ਅਕਾਲ ਤਖਤ ਸਾਹਿਬ ਵਾਸ ਫਾਊਂਡਡ ਬਾਈ ਗੁਰੂ ਹਰਗੋਬਿੰਦ ਸਿੰਘ ਜੀ ਐਂਡ ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਹੈ। ਸਟੇਟਸ ਇਜ਼ ਦ ਫਰਸਟ ਤਖਤ ਆਫ ਦ ਸਿਕਸ। ਇਸ ਤੋਂ ਇਲਾਵਾ ਜਿਹੜੇ ਬਾਕੀ 4 ਤਖਤ ਹੈਗੇ ਹੈ, ਇਹ ਚਾਰੋਂ ਤਖਤ ਗੁਰੂ ਗੋਬਿੰਦ ਸਿੰਘ ਜੀ ਨੇ ਕ੍ਰੀਏਟ ਕਰਵਾਏ ਹੈ ਐਂਡ ਜਿਵੇਂ ਫਤਿਹਗੜ੍ਹ ਸਾਹਿਬ, ਕੇਸਗੜ੍ਹ ਸਾਹਿਬ ਹੋ ਗਿਆ, ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਇੱਥੇ ਖਾਲਸਾ ਦੀ ਸਥਾਪਨਾ ਹੋਈ ਸੀਗੀ। ਯਾਦ ਕਰੋ 1699 ਦੇ ਵਿੱਚ ਉਹ ਪੂਰਾ ਜਦੋਂ ਖਾਲਸਾ ਨੂੰ ਕ੍ਰੀਏਟ ਕੀਤਾ ਜਾ ਰਿਹਾ ਹੈ ਤਾਂ ਕੇਸਗੜ੍ਹ ਸਾਹਿਬ ਦੇ ਵਿੱਚ ਹੋਈ। ਇਹ ਪੂਰਾ ਅਨੰਦਪੁਰ ਸਾਹਿਬ ਦੇ ਵਿੱਚ ਲੋਕੇਟਡ ਹੈ। ਇਸ ਤੋਂ ਬਾਅਦ ਇਸ ਫੋਰਟ ਨੂੰ ਤਖਤ ਕੇਸਗੜ੍ਹ ਸਾਹਿਬ ਕਿਹਾ ਜਾਂਦਾ ਹੈ। ਸੈਕਿੰਡ ਆ ਜਾਂਦਾ ਆਪਣੇ ਕੋਲ ਦਮਦਮਾ ਸਾਹਿਬ। ਦੇਖੋ ਜਦੋਂ ਸਾਰੀ ਜੰਗ ਚੱਲੀ ਜਾਂਦੀ ਸੀਗੀ ਤਾਂ ਇੱਕ ਮੁਕਤਸਰ ਦੀ ਵੀ ਜੰਗ ਹੋਈ, 40 ਮੁਕਤੇ ਉੱਥੇ ਹੋਏ। ਤਾਂ ਅਲਟੀਮੇਟਲੀ ਸਾਰੀ ਜੰਗਾਂ ਲੜਨ ਤੋਂ ਬਾਅਦ, ਹੈ ਨਾ, ਐਂਡ ਆਪਦੀ ਫੈਮਿਲੀ ਨੂੰ ਲੂਜ਼ ਕਰਨ ਤੋਂ ਬਾਅਦ ਅਨਫੋਰਚੂਨੇਟਲੀ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ ਸਾਹ ਲੈਣਾ ਸੀ, ਮਤਲਬ ਥੱਕ ਗਏ ਸੀ ਉਹ ਲੜ ਕੇ। ਤਾਂ ਐਂਡ ਉਹ ਆਪਣੀ ਜਿਹੜੀ ਲਿਟਰੇਰੀ ਐਕਟੀਵਿਟੀ ਸੀ ਉਸ ਤੇ ਵੀ ਫੋਕਸ ਨਹੀਂ ਕਰ ਪਾ ਰਹੇ ਸੀਗੇ। ਤਾਂ ਫਿਰ ਫਾਈਨਲੀ ਇਹਨਾਂ ਨੇ ਦਮਦਮਾ ਸਾਹਿਬ, ਜੋ ਤਲਵੰਡੀ ਸਾਹਿਬ ਬਠਿੰਡਾ ਦੇ ਬਿਲਕੁਲ ਕੋਲ ਹੈ ਤਲਵੰਡੀ ਸਾਹਿਬ, ਉੱਥੇ ਜਾ ਕੇ ਇਹਨਾਂ ਨੇ ਦਮ ਲਿੱਤਾ। ਦਮ ਮਤਲਬ ਇੱਥੋਂ ਉੱਥੇ ਇਹਨਾਂ ਨੇ ਰੈਸਟ ਕੀਤੀ, ਸਾਹ ਲਿੱਤਾ
ਐਂਡ ਇਵੈਂਚੁਅਲੀ ਆਪਦੀ ਲਿਟਰੇਰੀ ਐਕਟੀਵਿਟੀਜ਼ ਨੂੰ ਜੋ ਹੈ ਕੰਪਲੀਟ ਕੀਤਾ। ਤਾਂ ਤੁਸੀਂ ਦੇਖਿਆ ਹੋਊਗਾ ਕਿ ਦਮਦਮਾ ਸਾਹਿਬ ਅਗਰ ਤੁਸੀਂ ਜਾਣਦੇ ਹੋ ਤਾਂ ਉੱਥੇ ਬਿਲਕੁਲ ਐਂਟਰੀ ਦੇ ਉੱਪਰ ਹੀ ਤੁਹਾਨੂੰ ਹੈ ਨਾ ਉਹ ਦੇਖਣ ਨੂੰ ਮਿਲਦਾ ਜਿੱਥੇ ਤੁਸੀਂ ਆਪਦਾ ਹੈ ਨਾ ਮਤਲਬ ਊੜਾ ਆੜਾ ਜਿਹੜੀ ਲਿਖਦੇ ਹੋ। ਤਾਂ ਬੇਸਿਕਲੀ ਇਹ ਕਿਹਾ ਜਾਂਦਾ ਹੈ ਕਿ ਦਮਦਮਾ ਸਾਹਿਬ ਇਜ਼ ਨਥਿੰਗ ਬਟ ਇਟਸ ਲਾਈਕ ਦੀ ਜਿਹਨੂੰ ਕਹਿ ਲਓ ਕਿ ਜਿਵੇਂ ਵਾਰਾਣਸੀ ਹੈ ਨਾ ਜਿਵੇਂ ਜਿਵੇਂ ਮਤਲਬ ਇਟਸ ਲਾਈਕ ਦ ਸੈਂਟਰ ਆਫ ਲਿਟਰੇਰੀ ਐਕਟੀਵਿਟੀਜ਼, ਇਟਸ ਦ ਮਤਲਬ ਸਭ ਤੋਂ ਜ਼ਿਆਦਾ ਨੌਲੇਜੇਬਲ ਇੰਸਟੀਟਿਊਸ਼ਨ ਆਫ ਸਿੱਖ ਰਿਲੀਜਨ ਹੈਗਾ। ਤਾਂ ਦਮਦਮਾ ਸਾਹਿਬ 'ਚ ਜ਼ਫਰਨਾਮਾ ਵੀ ਲਿਖਿਆ ਗਿਆ। ਦਮਦਮਾ ਸਾਹਿਬ ਦੇ ਵਿੱਚ ਹੋਰ ਵੀ ਬਾਇਓਗ੍ਰਾਫੀਜ਼ ਜਿਹੜੀ ਬਚਿੱਤਰ ਨਾਟਕ ਹੋ ਗਿਆ, ਇੱਦਾਂ ਦੀਆਂ ਕਹਾਣੀਆਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਆਪਦੀ ਖੁਦ ਦੀ ਬਾਇਓਗ੍ਰਾਫੀ ਵੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਮੈਂਸ਼ਨ ਕੀਤੀ। ਤਾਂ ਦਮਦਮਾ ਸਾਹਿਬ अपना तलवंडी साहब हैगा एंड ये दमदमा साहिब इज़ तलवंडी साबो इन पंजाब एंड डेफिनेटली इत्थे इनफैक्ट जिहड़ा फुल वर्जन ऑफ सिक्स स्क्रिप्चर्स है गुरु ग्रंथ साहिब उन्होंने भी पूरा कंप्लीट कराया गया। तो दिस इज़ वेरी इंपॉर्टेंट। फिर हजूर साहिब जो कि नांदेड़ दे विच हैगा एंड जिथे तुहानूं पता है कि गोदावरी रिवर भी लोकेटेड है, बिल्कुल गोदावरी रिवर के कंढियां दे उपर ये है एंड अनफॉर्चुनेटली उत्थे क्योंकि लास्ट ਜਿਹੜੇ ਗੁਰੂ ਸੀ 10th ਗੁਰੂ ਲਿਵਿੰਗ ਗੁਰੂ ਸੀ ਉਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਗਿਆ। ਇਹ ਪੂਰਾ ਗੁਰਦੁਆਰਾ ਜਿਹੜਾ ਨਾਂਦੇੜ ਸਾਹਿਬ ਚ ਕ੍ਰੀਏਟ ਕੀਤਾ ਗਿਆ ਹੈ ਮਹਾਰਾਜਾ ਰਣਜੀਤ ਸਿੰਘ ਨੇ ਕ੍ਰੀਏਟ ਕਰਵਾਏ ਸੀ 1832 ਤੋਂ ਲੈ ਕੇ 1837 ਦੇ ਵਿੱਚ, ਠੀਕ ਹੈ। ਐਂਡ ਲਾਸਟ ਆ ਗਿਆ ਪਟਨਾ ਸਾਹਿਬ। ਪਟਨਾ ਸਾਹਿਬ ਇਜ਼ ਦ ਬਰਥ ਪਲੇਸ ਆਫ ਗੁਰੂ ਗੋਬਿੰਦ ਸਿੰਘ ਜੀ ਐਂਡ ਇਸ ਕਰਕੇ ਇਟ ਇਜ਼ ਆਲਸੋ ਵਨ ਆਫ ਦ ਵੈਰੀ ਆ ਦੇਖੋ ਦ ਕੰਸਟਰਕਸ਼ਨ ਅਗੇਨ ਮਹਾਰਾਜਾ ਰਣਜੀਤ ਸਿੰਘ ਨੇ ਹੀ ਪਟਨਾ ਸਾਹਿਬ ਦੇ ਗੁਰਦੁਆਰੇ ਦੀ ਕੰਸਟਰਕਸ਼ਨ ਕਰਾਈ। तो गोल्डन टेंपल ਨੂੰ गोल्ड भी महाराजा रणजीत सिंह ने करवाया। पटना साहिब नांदेड़ साहिब ये भी सारे गुरुद्वारा महाराजा रणजीत सिंह ने ही क्रिएट करवाए। तो ये अज आप इन्ना की ही देखांगे। नैक्सट वीडियो ਦੇ ਵਿੱਚ ਤੁਹਾਨੂੰ ਅੱਗੇ ਲੈ ਕੇ ਜਾਵਾਂਗੇ ਐਂਡ ਅੱਗੇ ਕੰਟੀਨਿਊ ਕਰਾਂਗੇ ਇਹ 10 ਗੁਰੂਜ਼ ਐਂਡ ਤੋਂ ਕੁਝ ਤਖਤਾਂ ਦੇ ਉੱਪਰ ਥੋੜੀ ਇੰਪੋਰਟੈਂਟ ਨੌਲੇਜ ਸੀਗੀ। तो आई होप ਤੁਹਾਨੂੰ ਇਹ ਸੈਸ਼ਨ ਪਸੰਦ ਆਇਆ। अगर ये सैशन पसंद आया तो मैं सबनों ये रिक्वेस्ट करूँगा कि वीडियो नू लाइक शेयर ते सबसक्राइब जरूर करियो, ठीक है जी। थैंक यू एवरीबॉडी, सत श्री अकाल।